ड्रीम सिटी रेजिडेंट वेलफेयर एसोसीएशन की हंगामी मीटिंग हुई कम्यूनिटी हॉल में प्रेस कॉन्फ्रेंस की गई। चेयरमैन सरदार सुमित्र सिंह, प्रेजिडेंट डॉक्टर पसीजा जगीर सिंह, रामपाल गुरपुरब बंसल, रविंदर सिंह, हरजिंदर सिंह टोयटा, अजय चौधरी, सतनाम सिंह मौजूद सन। पत्रकारां नाल गलबात करदिआं दस्सिया कि जो ड्रीम सिटी विच मुश्किल आ रही ने उस बारे गलबात की गई। अमृतसर तो सुखविंदर कोहली की रिपोर्ट, लाइव भारत। ਅੱਜ ਅਸੀਂ ਜਿਹੜੀ ਪ੍ਰੈਸ ਮੀਟ ਕੀਤੀ ਹੈ ਮੈਂ ਉਹਦੇ 'ਚ ਹੋਰ ਵੀ ਐਡ ਕਰਨਾ ਚਾਹੁੰਦਾ ਇੱਕ ਗੱਲ ਜਿਹੜੀ ਸਾਡੀ ਜਿਹੜੀ ਜ਼ਰੂਰੀ ਦੱਸਣਾ ਆਪਣੇ ਰੈਜ਼ੀਡੈਂਟਸ ਨੂੰ। ਇੱਕ ਸਾਡੇ ਅਗਲੇ ਪਾਸੇ ਜਿੱਥੇ ਮੇਨ ਸਾਡੀ ਰੋਡ ਹੈ ਉੱਥੇ ਬੈਵਰਲੇ ਪਾਰਕ ਬਣਾਇਆ ਗਿਆ 2017 ਦੇ ਕਰੀਬ ਜਦ ਕਿ ਜਿਹੜਾ ਉਹ ਲੇਆਊਟ ਪਲਾਨ ਹੈ ਪਹਿਲਾ ਪਲਾਨ ਵੀ ਤੇ 2019 ਜਿਹੜਾ ਦਾ ਰਿਵਾਈਜ਼ ਪਲਾਨ ਵੀ ਹੈ ਉਹਦੇ ਵਿੱਚ ਉਹ ਰਸਤਾ ਬਿਲਕੁਲ ਨਹੀਂ ਹੈ ਜਿਹੜਾ ਬੈਵਰਲੇ ਪਾਰਕ ਨੂੰ ਦਿੱਤਾ ਗਿਆ। ਉਹ ਮਿਲੀ ਭੁਗਤ ਨਾਲ ਪੁੱਡਾ ਦੇ ਆਫਿਸਰਸ AIPL ਨੇ ਜਿਸ ਵੀ ਤਰੀਕੇ ਨਾਲ ਜੋ ਵੀ ਉਹਦੇ ਵਾਸਤੇ ਤਰੀਕਾ ਵਰਤਿਆ ਉਹ ਵਰਤ ਕੇ ਉਹਨਾਂ ਨੇ ਉਹ ਰਸਤਾ ਦਿੱਤਾ। ਉਹ ਰਸਤਾ ਬਿਲਕੁਲ ਇਲੀਗਲ ਹੈ। ਅਸੀਂ ਉਹਦੇ ਵਾਸਤੇ ਵੀ ਬਿਲਕੁਲ ਕੋਰਟ 'ਚ ਪਰਸਿਊ ਕੀਤਾ ਹੈ ਔਰ ਰੇਰਾ 'ਚ ਉਹਦੇ ਬਾਰੇ ਵੀ ਕੇਸ ਹੈ। ਮੈਂ ਉਹਦੇ ਬਾਰੇ ਵੀ ਜਿਹੜਾ ਅਸੀਂ ਮਿਸ ਕਰਕੇ ਅਸੀਂ ਜਾਣਕਾਰੀ ਦੇਣਾ ਉਹ ਵੀ ਅਸੀਂ ਆਪਣੇ ਰੈਜ਼ੀਡੈਂਟਸ ਨੂੰ ਹੀ ਦੇ ਰਹੇ ਹਾਂ। ਉਹ ਸਾਡੇ ਸਾਰੇ ਕੇਸ ਸਟਰੋਂਗ ਨੇ। ਅਸੀਂ ਬਿਲਕੁਲ ਜਿਹੜੇ ਵੀ ਸਾਡੇ ਨਾਲ ਧੱਕਾ ਹੋਇਆ ਸਾਡੇ ਨਾਲ ਜਿਹੜੀ ਵੀ ਅਨਜਸਟਿਸ ਹੋਇਆ ਉਹਦੇ ਵਾਸਤੇ ਅਸੀਂ ਪੂਰੀ ਲੜਾਈ ਲੜਾਂਗੇ। ਬਿਲਕੁਲ ਵੀ ਅਸੀਂ ਕੋਸ਼ਿਸ਼ ਕੀਤੀ ਹੈ ਅੱਜ ਪੂਰੀ ਜਾਣਕਾਰੀ ਆਪਣੇ ਰੈਜ਼ੀਡੈਂਟਸ ਨੂੰ ਦੇਣ ਦੀ। ਇਸ ਤੋਂ ਇਲਾਵਾ ਮੈਂ ਆਪਣੇ ਰੈਜ਼ੀਡੈਂਟਸ ਨੂੰ ਬਿਲਕੁਲ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਹਨੂੰ ਵੀ ਕੋਈ ਜ਼ਰੂਰਤ ਹੈ ਕਿਸੇ ਤਰ੍ਹਾਂ ਦੀ ਸਾਡੇ ਕੋਲ ਜਾਣਕਾਰੀ ਲੈਣ ਦੀ ਅਸੀਂ ਓਪਨਲੀ ਬਿਲਕੁਲ ਰੈਡੀ ਹਾਂ। ਸਾਡੇ ਨਾਲ ਆ ਕੇ ਓਪਨ ਡਿਬੇਟ ਕਰਨ, ਸਾਨੂੰ ਪਰਸਨਲੀ ਮਿਲਣ, ਕੋਈ ਵੀ ਡਾਊਟ ਉਹਨਾਂ ਦੇ ਮਨ 'ਚ ਹੋਏਗਾ ਸਾਡੇ ਨਾਲ ਬਿਲਕੁਲ ਕਲੀਅਰ ਕਰਨ। ਅਸੀਂ ਬਿਲਕੁਲ ਉਹਨਾਂ ਨੂੰ ਟਾਈਮ ਦਿਆਂਗੇ, ਉਹਨਾਂ ਨਾਲ ਬਿਲਕੁਲ ਕਲੀਅਰ ਕਰਾਂਗੇ। ਅਸੀਂ ਹੱਥ ਜੋੜ ਕੇ ਮੇਰੀ ਰਿਕੁਐਸਟ ਹੈ ਸਾਰੇ ਮੇਰੇ ਰੈਜ਼ੀਡੈਂਟਸ ਨੂੰ, ਕਿਸੇ ਤਰ੍ਹਾਂ ਦੀ ਵੀ ਕੋਈ ਮਿਸਕਮਿਊਨੀਕੇਸ਼ਨ ਜਾਂ ਮਿਸਗਾਈਡੈਂਸ ਹੋ ਰਹੀ ਹੈ ਉਹਦੇ ਵਿੱਚ ਨਾ ਆਓ ਬਿਲਕੁਲ ਵੀ। ਅਸੀਂ ਹੁਣ ਉਸ ਲੈਵਲ 'ਤੇ ਅਸੀਂ ਆਪਣੇ ਕੰਮ ਨੂੰ ਲੈ ਕੇ ਜਾ ਚੁੱਕੇ ਹਾਂ ਜਿਹੜਾ ਕਿ ਸਾਨੂੰ ਉਹਦੇ ਜੋ ਵੀ ਉਹਦਾ ਸਾਡੇ ਡਰੀਮਸ ਨੇ ਜਾਂ ਸਾਨੂੰ ਉਹਦਾ ਗਰਾਊਂਡ ਵਰਕ ਹੈ, ਗਰਾਊਂਡ ਲੈਵਲ 'ਤੇ ਜੋ ਸਾਨੂੰ ਉਹਦੇ ਰਿਜ਼ਲਟਸ ਨਜ਼ਰ ਆਉਣੇ ਚਾਹੀਦੇ ਉਹ ਸਾਨੂੰ ਬਿਲਕੁਲ ਆਉਣਗੇ। ਉਹਦੇ ਵਾਸਤੇ ਸਾਨੂੰ ਥੋੜ੍ਹੀ ਵੇਟ ਕਰਨੀ ਪਏਗੀ। ਸਭ ਨੂੰ ਪਤਾ ਹੈ ਕਿ ਜਿਹੜਾ ਕੋਰਟ ਦਾ ਪ੍ਰੋਸੀਜਰ ਹੈ ਕੁਛ ਲੈਂਥੀ ਹੁੰਦਾ, ਇਹਦੇ 'ਚ ਟਾਈਮ ਲੱਗਦਾ। ਉਹਦੇ ਵਾਸਤੇ ਸਾਨੂੰ ਦੇਖੋ ਜਿੱਥੇ ਆਪਾਂ 10-12 ਸਾਲ ਅਸੀਂ ਸਾਰਿਆਂ ਨੇ ਸਫ਼ਰ ਕੀਤਾ, ਸਿਰਫ ਥੋੜ੍ਹੀ ਦੇਰ ਦੀ ਹੋਰ ਗੱਲ ਹੈਗੀ ਹੈ, ਸਾਰਾ ਕੁਝ ਬਹੁਤ ਵਧੀਆ ਹੋਏਗਾ। ਮੈਂ ਅਸ਼ੋਰ ਕਰਦਾ ਆਪਣੇ ਰੈਜ਼ੀਡੈਂਟਸ ਨੂੰ। ਮੈਂ ਡਾਕਟਰ ਨਿਰਮਲ ਸਿੰਘ ਪਸੀਜਾ, ਪ੍ਰੈਜ਼ੀਡੈਂਟ RW। ਮੈਂ ਪ੍ਰੋਫੈਸਰ ਸਾਹਿਬ ਦਾ ਧੰਨਵਾਦੀ। ਉਹਨਾਂ ਨੇ ਬਹੁਤ ਡਿਟੇਲ 'ਚ ਸਾਨੂੰ ਜਿਹੜਾ ਸਾਡਾ ਕਮਿਊਨਿਟੀ ਬਿਲਡਿੰਗ ਜਿਹੜਾ ਕੇਸ ਰੇਰਾ ਚੱਲ ਰਿਹਾ ਉਹਦੇ ਬਾਰੇ ਸਾਨੂੰ ਡਿਟੇਲਸ ਦਿੱਤੀ ਹੈ। ਅਤੇ ਮੈਂ ਆਪਣੇ ਰੈਜ਼ੀਡੈਂਟਸ ਨੂੰ ਬਿਲਕੁਲ ਅਸ਼ੋਰ ਕਰਨਾ ਚਾਹੁੰਦਾ ਕਿ ਜਿਹੜਾ ਸਟੇਟਸ ਪਹਿਲੇ ਜਿਹੜਾ ਚੱਲ ਰਿਹਾ ਕਮਿਊਨਿਟੀ ਬਿਲਡਿੰਗ ਦਾ ਉਹ 'ਚ ਕਲੱਬ ਚਲਾਇਆ ਜਾ ਰਿਹਾ ਹੈ, ਜੋ ਵੀ ਉਹਦੇ 'ਚ ਅਸੀਂ ਕਮਰਸ਼ੀਅਲ ਐਕਟੀਵਿਟੀਜ਼ ਹੋ ਰਹੀਆਂ ਉਹ ਐਜ਼ ਇਟ ਇਜ਼ ਚੱਲਣਗੀਆਂ, ਉਸ ਤੋਂ ਵਧੀਆ ਚੱਲਣਗੀਆਂ। ਉਸ ਤੋਂ ਵਧੀਆ ਅਸੀਂ ਕਰਕੇ ਜੋ ਵੀ ਕੋਸ਼ਿਸ਼ ਕਰਾਂਗੇ ਜਿਹੜੀ ਇੱਥੋਂ ਇਨਕਮ ਜਨਰੇਟ ਹੋਏਗੀ ਉਹ ਸਾਡੇ ਵੈਲਫੇਅਰ ਵਾਸਤੇ, ਸਾਡੀ ਕਲੋਨੀ ਦੇ ਵੈਲਫੇਅਰ ਵਾਸਤੇ ਯੂਜ਼ ਕਰੀਏ। ਈਵਨ ਅਸੀਂ ਇੱਥੋਂ ਤੱਕ ਪ੍ਰਪੇਅਰਡ ਹੈ ਕਿ ਜਿਹੜਾ ਸਾਡੇ ਕੋਲ ਐਨੂਅਲ ਚਾਰਜਿਸ ਲਿੱਤੇ ਜਾ ਰਹੇ ਨੇ ਜਾਂ ਹੋਰ ਵੀ ਅਸੀਂ ਕਲੋਨੀ ਦੇ ਰੈਜ਼ੀਡੈਂਟਸ ਕੋਲੋਂ ਅਸੀਂ ਖਰਚਾ ਲੈਂਦੇ ਹਾਂ ਉਹ ਇੱਥੋਂ ਹੀ ਅਸੀਂ ਇਨਕਮ ਜਨਰੇਟ ਕਰਕੇ ਉਹਦੇ ਵਿੱਚੋਂ ਯੂਜ਼ ਕਰਕੇ ਅਸੀਂ ਕੰਪਨੀ ਦੀ ਜਿਹੜੇ ਆਪਣੇ ਸਾਡੇ ਟਾਊਨਸ਼ਿਪ ਹੈ ਉਹਦੀ ਵੈਲਫੇਅਰ ਵਾਸਤੇ ਆਪਾਂ ਯੂਜ਼ ਕਰੀਏ। ਸੈਕੰਡ ਜਿਹੜਾ ਸਾਡਾ ਕੇਸ ਹੈਗਾ ਉਹਦਾ ਕਾਰਪਸ ਫੰਡ ਦਾ। ਕਾਰਪਸ ਫੰਡ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਕਾਰਪਸ ਫੰਡ ਕੇਸ ਐਕਚੁਅਲੀ ਜਿਹੜਾ ਸਾਡਾ ਪ੍ਰੋਸਪੈਕਟਸ ਹੈ ਜਿਸ ਟਾਈਮ 'ਤੇ ਅਸੀਂ ਪਲਾਟਸ ਲਿੱਤੇ ਸੀ ਜਾਂ ਸਾਨੂੰ ਜਦੋਂ ਅਸੀਂ ਖਰੀਦਿਆ ਜਾਂ ਜਿਹੜੀ ਸਾਡੀ ਰਾਈਜ਼ ਸਾਰਿਆਂ ਨੂੰ ਦੱਸਿਆ ਗਿਆ ਕਿ ਜਦੋਂ RW ਬਣੇਗੀ ਉਸ ਨੂੰ ਕਾਰਪਸ ਫੰਡ ਹੈਂਡਓਵਰ ਕਰਤਾ ਜਾਏਗਾ। ਪਿਛਲੇ 5-6 ਸਾਲ ਤੋਂ ਉਸ ਤੋਂ ਪਹਿਲੇ ਵੀ RW ਚੱਲ ਰਹੀ ਹੈ ਲੇਕਿਨ ਕੰਪਨੀ ਨੇ ਕਦੀ ਵੀ ਕਾਰਪਸ ਫੰਡ ਜਿਹੜਾ ਹੈਂਡਓਵਰ ਨਹੀਂ ਕੀਤਾ। ਇਹ ਉਹਨਾਂ ਦੀ ਬਦਮਾਸ਼ੀ ਹੈ। ਉਹਨਾਂ ਨੇ ਆਪਣੀ ਮੈਨੀਪੂਲੇਸ਼ਨ ਨਾਲ ਸਾਰਾ ਕੁਝ ਚਲਾਇਆ। ਪੁਰਾਣੀ RW ਨੂੰ ਆਪਣੇ ਇਨਫਲੂਐਂਸ 'ਚ ਰੱਖ ਕੇ ਜਿਸ ਤਰ੍ਹਾਂ ਮਰਜ਼ੀ ਕਰਕੇ ਆਪਣਾ ਟਾਈਮ ਜਿਹੜਾ ਪਾਸ ਕੀਤਾ। 2017 ਵਿੱਚ ਕੰਪਨੀ ਨੇ ਕੰਪਲੀਸ਼ਨ ਸਰਟੀਫਿਕੇਟ ਲਿੱਤਾ। ਇਹ ਪੁਰਾਣੀ RW ਨੂੰ ਪਤਾ ਹੈ। ਉਹਨਾਂ ਨੇ ਪਿਛਲੇ 5 ਸਾਲ ਦੇ ਵਿੱਚ ਕੁਛ ਵੀ ਨਹੀਂ ਕਰਾਇਆ ਕੰਪਨੀ ਨੂੰ, ਚਾਹੇ ਉਹਨਾਂ ਦੇ ਇਨਫਲੂਐਂਸ ਵਿੱਚ ਚਾਹੇ ਨਹੀਂ ਕਰਾ ਸਕੇ ਉਹਦਾ ਕਾਰਨ ਕੀ ਹੈ ਸਾਨੂੰ ਨਹੀਂ ਪਤਾ ਹੈਗਾ। ਕੋਈ ਕੰਮ ਨਹੀਂ ਹੋਇਆ ਬਿਲਕੁਲ ਵੀ ਪਿਛਲੇ 5 ਸਾਲ। ਸਾਨੂੰ ਸਿਰਫ ਅਜੇ 10 ਮਹੀਨੇ ਹੋਏ ਨੇ ਸਾਡੀ RW ਜਿਹੜੀ ਸੀ ਨਵੀਂ RW ਹੋਈ, ਇਲੈਕਟਡ RW ਹੈ ਜਿਹੜਾ ਸਾਰਾ ਪ੍ਰੋਸੀਜਰ ਜਿਹੜਾ ਫੋਲੋ ਕੀਤਾ ਗਿਆ। ਅਸੀਂ ਪਿਛਲੇ 10 ਮਹੀਨਿਆਂ 'ਚ ਜੋ ਮੈਕਸਿਮਮ ਐਫਰਟਸ ਕਰਕੇ ਵਿੱਚ ਰੈਜ਼ੀਡੈਂਟਸ ਦੇ ਸਾਥ ਨਾਲ ਧਰਨਾ ਵੀ ਲਗਾਇਆ ਗਿਆ। ਉਸ ਤੋਂ ਬਾਅਦ ਸਾਡੇ ਰੂਟਸ ਦਾ ਕੰਮ ਹੋਇਆ। ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜੀ ਪੁਰਾਣੀ RW ਹੈ ਸਾਡਾ ਕਾਰਪਸ ਫੰਡ ਯੂਜ਼ ਕਰਾ ਕੇ ਰੋਡਸ ਬਣਵਾਉਣਾ ਚਾਹੁੰਦੀ ਸੀ, ਅਸੀਂ ਉਹ ਵੀ ਨਹੀਂ ਹੋਣ ਦਿੱਤਾ। ਜਿਹੜਾ ਹੁਣ ਅਸੀਂ ਰੋਡਸ ਬਣੀਆਂ ਸਾਡੀਆਂ ਉਹ ਬਿਲਕੁਲ ਵਿਦਆਊਟ ਐਨੀ ਕਾਰਪਸ ਫੰਡ ਯੂਜ਼ ਕੀਤਿਆਂ ਅਸੀਂ ਜਿਹੜਾ ਉਹ ਰੋਡਸ ਬਣੀਆਂ ਨੇ।
ਸਾਡਾ ਜੈਨ ਸੈਟ ਰਹਿੰਦਾ ਸੀ ਸੈਕੰਡ 3 ਜੈਨ ਸੈਟ ਸਾਡੇ ਲੱਗਣੇ ਸੀ, ਸਾਡੇ ਜਿਹੜੇ ਸੀ ਕਲੋਨੀ 'ਚ ਸਾਡੇ ਇੰਸਟਾਲ ਹੋਣੇ ਸੀ। ਉਹ 'ਚ ਇੱਕ ਆਲਰੇਡੀ ਇੱਕ ਇੰਸਟਾਲ ਹੋਇਆ ਸੀ ਪਹਿਲੇ ਸ਼ੁਰੂ ਤੋਂ। ਉਸ ਤੋਂ ਬਾਅਦ ਪਿਛਲੇ 5-6 ਸਾਲ ਤੋਂ ਡਿਮਾਂਡ ਚੱਲ ਰਹੀ ਸੀ ਜੈਨ ਸੈਟ ਸਾਡੇ ਲਗਾਏ ਜਾਣ ਜਿਹੜੇ ਸਾਡੇ ਪੈਂਡਿੰਗ ਨੇ, ਲੇਕਿਨ ਕਿਸੇ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਕੋਈ ਉਹਦੇ 'ਚ ਮਤਲਬ ਦੇਖੋ ਪਿਛਲੀ RW ਵੀ ਡਿਮਾਂਡ ਕਰਦੀ ਰਹੀ, ਉਹ ਕਿਸ ਤਰ੍ਹਾਂ ਦੀ ਡਿਮਾਂਡ ਹੋਈ ਹੈ, ਕਿਸ ਤਰ੍ਹਾਂ ਕੀਤਾ ਗਿਆ, ਸਾਨੂੰ ਇਹਦੇ ਬਾਰੇ ਨਹੀਂ ਪਤਾ। ਲੇਕਿਨ ਅਸੀਂ ਇਹ ਪਿਛਲੇ 10 ਮਹੀਨਿਆਂ ਵਿੱਚ ਦੇਖੋ ਰੋਡਸ ਬਣਵਾਈਆਂ। R1 ਜਿਹੜੀ ਸਾਡੀ ਅਸੀਂ ਆਪਣੇ ਰਸੂਖ ਦੇ ਨਾਲ, ਆਪਣੇ ਰਿਸੋਰਸਿਸ ਦੇ ਨਾਲ ਪੋਲੀਟੀਕਲੀ ਅਸੀਂ ਉਹਨੂੰ ਬਣਵਾਇਆ। ਉਸ ਤੋਂ ਬਾਅਦ ਸਾਡੀਆਂ ਰੋਡਸ ਤਕਰੀਬਨ ਸਾਡੀਆਂ 40% ਸਾਡੀਆਂ ਰੋਡਸ ਅਸੀਂ ਜਿਹੜੀਆਂ ਬਣੀਆਂ, ਜਿਹੜੀਆਂ ਬਹੁਤ ਜ਼ਿਆਦਾ ਖਰਾਬ ਸੀ। ਅਸੀਂ ਹੁਣ ਵੀ ਕੰਪਨੀ ਨੂੰ ਇਨਸਿਸਟ ਕਰ ਰਹੇ ਹਾਂ ਜਿਹੜੇ ਬਾਕੀ ਰੋਡਸ ਵੀ ਸਾਨੂੰ ਬਣਾ ਕੇ ਦਿਓ ਜਿਹੜੀਆਂ ਸਾਡੀਆਂ ਪੈਂਡਿੰਗ ਰਹਿੰਦੀਆਂ। ਉਸ ਤੋਂ ਬਾਅਦ ਦੇਖੋ ਸੈਕੰਡ ਜੈਨਸੈਟ ਵੀ ਇੰਸਟਾਲ ਹੋਇਆ। ਜਿਹੜੀ ਬਾਹਰ ਜਿਹੜੀ R1 ਜਿਹੜੀ ਰੋਡ ਆ ਉਹਦੀ ਬੈਵਰਡ ਵਾਲ ਸਾਰੀ ਅਸੀਂ ਕਰਵਾ ਰਹੇ। ਪਿਛਲੀ ਦੀਵਾਰ ਜਿਹੜੀ ਬੈਕ ਸਾਈਡ 'ਤੇ ਸੀ ਉਹ ਅਸੀਂ ਮਗਰ ਲਾ ਕੇ ਕੰਪਲੀਟ ਕਰਵਾਈ ਹੈ। ਹੋਰ ਵੀ ਜਿਹੜੇ ਅਸੀਂ ਇੱਕ ਪ੍ਰੈਸ਼ਰ ਬਿਲਡ ਕੀਤਾ ਹੈ ਕਿ ਜਿਹੜੇ ਸਾਡੇ ਪੈਂਡਿੰਗ ਕੰਮ ਨੇ ਉਹ ਕਰਵਾਏ ਜਾਣ। ਇਸ ਤੋਂ ਬਾਅਦ ਇੱਕ ਹੋਰ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਆਪਣੇ ਰੈਜ਼ੀਡੈਂਟਸ ਨੂੰ ਕਿ ਪਿਛਲੇ ਮਹੀਨੇ ਸਾਨੂੰ ਜੂਨ ਦੇ ਮਹੀਨੇ 'ਚ ਇੱਕ ਲੈਟਰ ਦਿੱਤੀ ਗਈ ਕਿ ਅਸੀਂ 30 ਜੁਲਾਈ ਨੂੰ ਅਸੀਂ ਤੁਹਾਨੂੰ ਹੈਂਡਓਵਰ ਕਰ ਰਹੇ ਹਾਂ ਮੇਨਟੇਨੈਂਸ ਜੋ ਵੀ ਹੈ ਸਾਰੀ ਕਲੋਨੀ ਦੀ ਮੇਨਟੇਨੈਂਸ ਹੈ। ਅਸੀਂ ਉਹ ਲੈਟਰ ਨੂੰ ਦੇਖ ਕੇ ਪੁੱਡਾ ਨੂੰ ਪਰਸਿਊ ਕੀਤਾ। ਰੇਰਾ ਨੂੰ ਵੀ ਅਸੀਂ ਲਿਖ ਚੁੱਕੇ ਹੋਏ ਹਾਂ। ਪੁੱਡਾ ਨੂੰ ਅਸੀਂ ਮਜਬੂਰ ਕਰਤਾ ਕਿ ਸਾਨੂੰ ਬੁਲਾਉਣ ਵਾਸਤੇ ਕਿ ਸਾਡੇ ਨਾਲ ਪਹਿਲੇ ਸਾਡੀ ਟਾਕਸ ਇਹਨਾਂ ਨਾਲ ਕਲੋਨੀ ਦੇ ਜਿਹੜੀ ਕੰਪਨੀ ਉਹਦੇ ਨਾਲ ਕਰਵਾ ਕੇ ਉਸ ਤੋਂ ਬਾਅਦ ਅਸੀਂ ਹੈਂਡਓਵਰ ਲਵਾਂਗੇ। ਉਹ ਸਾਡੀ ਮੀਟਿੰਗ ਹੋਈ ਸੀਏ ਨਾਲ ਮੀਟਿੰਗ ਹੋਈ। ਉਹਦੇ ਬਿਲਕੁਲ ਕਲੀਅਰ ਕੱਟ ਕੀਤਾ ਗਿਆ ਕਿ ਜਿੰਨੀ ਦੇਰ ਤੱਕ ਰੈਜ਼ੀਡੈਂਟਸ ਦੀ ਸੈਟਿਸਫੈਕਸ਼ਨ ਨਹੀਂ ਹੁੰਦੀ, ਜਿੰਨੇ ਜਿਹੜੇ ਪੈਂਡਿੰਗ ਕੰਮ ਨਹੀਂ ਕਰਵਾਏ ਜਾਣਗੇ, ਬਕਾਇਦਾ ਜਿਹੜੀ ਹੈ ਪੁੱਡਾ ਦੀ ਟੀਮ ਇੱਥੇ ਵਿਜ਼ਿਟ ਕਰੇਗੀ। ਉਹ ਵਿਜ਼ਿਟ ਕਰਨ ਤੋਂ ਬਾਅਦ ਜੋ ਵੀ ਪੇਪਰ ਬਣੇਗਾ, ਜਿਹੜੇ ਕੰਮ ਪੈਂਡਿੰਗ ਰਹਿੰਦੇ ਨੇ ਉਹ ਕਰਵਾਉਣ ਤੋਂ ਬਾਅਦ ਹੀ ਹੈਂਡਓਵਰ ਹੋਏਗਾ। ਇਸ ਤੋਂ ਬਗੈਰ ਹੈਂਡਓਵਰ ਨਹੀਂ ਹੋਏਗਾ। ਨਾ ਅਸੀਂ ਕੋਈ ਹੈਂਡਓਵਰ ਲੈਣ ਜਾ ਰਹੇ ਹਾਂ। ਬਿਲਕੁਲ ਇਸ ਗੱਲ ਮੈਂ ਕਲੀਅਰ ਕਰਨ ਜਾ ਰਿਹਾ। ਠੀਕ ਹੈ, ਜਿੰਨੇ ਵੀ ਕੇਸਿਸ ਸਾਡੇ ਸਾਰੇ ਕੇਸਿਸ ਸਟਰੋਂਗ ਨੇ। ਇੱਕ ਹੋਰ ਤੁਹਾਨੂੰ ਮੈਂ ਨਵੀਂ ਇਨਫੋਰਮੇਸ਼ਨ ਦੇਣ ਜਾ ਰਿਹਾ ਕਿ ਕਾਰਪਸ ਫੰਡ ਜਿਹੜਾ ਐਕਚੁਅਲ ਕਾਰਪਸ ਫੰਡ ਇਜ਼ ਇੰਟਰਸਟ ਫ੍ਰੀ ਫੰਡ। ਠੀਕ ਹੈ, ਜਦ ਕਿ ਸਾਨੂੰ ਪਿਛਲੇ ਦਿਨਾਂ 'ਚ ਸਾਨੂੰ ਇੱਕ ਜਾਣਕਾਰੀ ਹੋਰ ਮਿਲੀ ਕਿ ਜਿਹੜਾ ਕਾਰਪਸ ਫੰਡ ਹੈ ਉਹਦਾ ਇੰਟਰਸਟ ਕੰਪਨੀ ਵੀ ਨਹੀਂ ਯੂਜ਼ ਕਰ ਸਕਦੀ। ਉਹਦੇ ਫੰਡ ਸਾਨੂੰ ਬਕਾਇਦਾ ਵਿਦ ਇੰਟਰਸਟ ਸਾਨੂੰ ਕਾਰਪਸ ਫੰਡ ਸਾਨੂੰ ਮਿਲਣਾ ਚਾਹੀਦਾ। ਅਸੀਂ ਉਹ ਲਵਾਂਗੇ ਬਿਲਕੁਲ। ਅਸੀਂ ਉਹ ਲੈਣ ਵਾਸਤੇ ਬਜਟ ਹਾਂ। ਹੋਰ ਵੀ ਜਿਹੜੀ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਕੇਸਿਸ ਬਾਰੇ ਜਿਹੜੀ ਹੈ ਮਤਲਬ ਮੈਂ ਤੁਹਾਨੂੰ ਕਲੀਅਰ ਕੱਟ ਬਿਲਕੁਲ ਕਹਿਣਾ ਚਾਹੁੰਦਾ ਕਿ ਬਿਲਕੁਲ ਕਿਸੇ ਦੀ ਗੱਲਾਂ 'ਚ ਨਾ ਆਓ। ਅਸੀਂ ਮਤਲਬ ਇਸ ਮੂਵ 'ਤੇ ਹਾਂ ਜਾਂ ਇਸ ਮੌਕੇ 'ਤੇ ਜਿਸ ਤਰ੍ਹਾਂ ਦੀ ਸਾਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ, ਅਸੀਂ ਇਹ ਕੇਸਿਸ ਬਕਾਇਦਾ ਜਿੱਤ ਕੇ ਆਵਾਂਗੇ। ਸਾਡੇ ਕੇਸਿਸ ਬਹੁਤ ਸਟਰੋਂਗ ਹੈਗੇ ਨੇ। ਅਸੀਂ ਸਾਰਿਆਂ ਦਾ ਸਾਥ ਚਾਹੁੰਦੇ ਹਾਂ। ਕਿਸੇ ਦੀ ਗੱਲਾਂ 'ਚ ਆ ਕੇ ਕੋਈ ਵੀ ਇਹੋ ਜਿਹਾ ਕੰਮ ਨਾ ਕਰੋ ਕਿ ਸਾਡੇ ਜਿਹੜੇ ਕੇਸਿਸ ਵੀਕ ਹੋਣ। ਇਹ ਸਾਰਾ ਕੁਝ ਕੰਪਨੀ ਵੱਲੋਂ ਇਨਫਲੂਐਂਸ ਕੀਤਾ ਜਾ ਰਿਹਾ। ਈਵਨ ਪਰਸਨਲੀ ਮੈਨੂੰ ਵੀ ਇਨਫਲੂਐਂਸ ਕੀਤਾ ਗਿਆ, ਮੇਰੇ ਹੋਰ ਸਾਥੀਆਂ ਨੂੰ ਇਨਫਲੂਐਂਸ ਕੀਤਾ ਗਿਆ ਕਿ ਇਹ ਜਿਹੜੇ ਤੁਸੀਂ ਕੇਸ ਵਾਪਸ ਲੈ ਲਓ, ਅਸੀਂ ਤੁਹਾਨੂੰ ਕੋਈ ਵੀ ਫਾਇਦਾ ਦੇਣ ਨੂੰ ਤਿਆਰ ਹੈਗੇ ਹਾਂ। ਮੈਂ ਸਾਰੇ ਆਪਣੇ ਸਾਥੀਆਂ ਨੂੰ, ਆਪਣੇ ਰੈਜ਼ੀਡੈਂਟਸ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ, ਸਾਡੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਹੈ, ਕੋਈ ਵੀ ਇਹੋ ਜਿਹਾ ਪਰਸਨ ਨਹੀਂ ਹੈ ਜਿਹੜਾ ਕਿ ਕੰਪਨੀ ਦੇ ਇਨਫਲੂਐਂਸ ਵਿੱਚ ਆ ਕੇ ਇਹੋ ਜਿਹਾ ਕੰਮ ਕਰੇਗਾ ਜਿਹੜਾ ਅਸੀਂ ਸਾਡੇ ਆਪਣੇ ਰੈਜ਼ੀਡੈਂਟਸ ਜਿਹੜੇ ਸਾਡੇ ਡਰੀਮਸ ਹੈਗੇ ਨੇ ਅਸੀਂ ਉਹਨਾਂ ਨੂੰ ਕਿਲ ਕਰ ਦਈਏ, ਤੋੜ ਦਈਏ। ਅਸੀਂ ਸਾਰੇ ਕੰਮ ਉਹ ਬਿਲਕੁਲ ਕਰਾਵਾਂਗੇ ਜਿਹੜੇ ਅਸੀਂ ਪ੍ਰੋਮਿਸ ਕੀਤੇ ਨੇ, ਸਾਰੇ ਹੋਣਗੇ। ਇਸ ਤੋਂ ਬਾਅਦ ਮੈਂ ਆਪਣੇ ਸਾਡੇ ਪ੍ਰੋਫੈਸਰ ਸਾਹਿਬ ਨੇ ਅਰਵਿੰਦਰ ਕੁਝ ਦਿਨ ਪਹਿਲੇ ਤੁਹਾਡੇ ਦਾ ਰਾਤ ਨੂੰ ਧਰਨਾ ਵੀ ਲਗਾਇਆ ਗਿਆ ਸਿਕਿਉਰਿਟੀ ਨੂੰ ਲੈ ਕੇ ਤੇ ਹੋਰ ਵੀ ਤੁਹਾਡੇ ਕਲੱਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਧਰਨਾ ਵੀ ਲਗਾਇਆ ਗਿਆ ਸੀ। ਹੋਰ ਕੋਈ ਹੱਲ ਨਹੀਂ ਨਿਕਲਿਆ ਸੀ? ਦੇਖੋ ਹੱਲ ਇਸ ਤਰ੍ਹਾਂ ਹੈ ਕਿ ਉਹਦੇ ਵਾਸਤੇ ਸਾਡੇ ਨਾਲ ਇੱਕ ਐਗਰੀਮੈਂਟ ਵੀ ਕੀਤਾ ਗਿਆ ਕਿ ਅਸੀਂ ਇਹ ਕੰਮ ਕਰਾਵਾਂਗੇ। ਉਹ ਵੀ ਅਸੀਂ ਜਿਹੜੇ ਕੰਮ ਹੋਏ ਨੇ ਉਹ ਵੀ ਧੱਕੇ ਨਾਲ ਕਰਵਾ ਰਹੇ ਹਾਂ, ਉਹ ਵੀ ਅਜੇ ਤੱਕ ਕੰਪਲੀਟ ਨਹੀਂ ਹੋਏ। ਉਹ ਸਾਨੂੰ ਦੇਖੋ ਜਿਹੜੀਆਂ ਇਸ ਕਰਕੇ ਸਾਨੂੰ ਦੇਖੋ ਪੁੱਡਾ ਨੂੰ ਪਰਸਿਊ ਕਰਨਾ ਪਿਆ, ਰੇਰਾ 'ਚ ਪਰਸਿਊ ਕਰਨਾ ਪਿਆ। ਜਦੋਂ ਕੰਪਨੀ ਨਹੀਂ ਕੰਮ ਕਰਵਾ ਰਹੀ ਤਾਂ ਸਾਡੇ ਕੋਲ ਹੋਰ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਕੋਈ ਵੀ। ਅਸੀਂ ਦੇਖੋ ਗਵਰਨਮੈਂਟ ਅਥਾਰਟੀਜ਼ ਜਿਹੜੀਆਂ ਜੋ ਵੀ ਬਣਿਆ ਜੁਡੀਸ਼ੀਅਲ ਸਿਸਟਮ ਬਣਿਆ ਉਹਦੇ ਮੁਤਾਬਕ ਅਸੀਂ ਸਾਰਾ ਕੁਝ ਕੰਮ ਕਰਵਾ ਰਹੇ ਹਾਂ, ਉਹ ਕਰਾਵਾਂਗੇ ਬਿਲਕੁਲ। ਔਰ ਸਿਕਿਉਰਿਟੀ ਦੀ ਵੀ ਇੱਕ ਗੱਲ ਹੋਈ ਸੀ ਕਿ ਸਿਕਿਉਰਿਟੀ ਦੌਰਾਨ ਕਿ ਇੱਥੇ ਕੋਈ ਬੰਦੇ ਸੇਫ ਨਹੀਂ ਹੈਗੇ ਆ ਕਿ ਬਿਲਕੁਲ ਉਹ ਦੇਖੋ ਮੁਸ਼ਕਲਾਂ ਆ ਰਹੀਆਂ ਉਹਨਾਂ ਦਾ ਅਸੀਂ ਦੇਖੋ ਹੱਲ ਕਰ ਰਹੇ ਹਾਂ। ਅਸੀਂ ਆਪਣੇ ਤੌਰ 'ਤੇ ਵੀ ਕੋਸ਼ਿਸ਼ ਕਰ ਰਹੇ ਹਾਂ, ਕੰਪਨੀ ਵੱਲੋਂ ਵੀ ਪ੍ਰੈਸ਼ਰਾਈਜ਼ ਕਰਕੇ ਉਹ ਸਾਰੇ ਕੰਮ ਹੋ ਰਹੇ ਨੇ। ਬਟ ਈਵਨ ਇਹ ਪੋਜੀਸ਼ਨ ਹੈ ਕਿ ਸਾਨੂੰ ਕੰਪਨੀ 'ਤੇ ਪ੍ਰੈਸ਼ਰਾਈਜ਼ ਕਰਕੇ ਕੰਮ ਕਰਵਾਉਣਾ ਪੈ ਰਿਹਾ, ਜਿਹੜਾ ਕਿ ਜਦ ਕਿ ਕੰਪਨੀ ਦਾ ਬਣਦਾ ਕਿ ਉਹ ਆਪਣੇ ਆਪ ਕੰਮ ਕਰਨ। ਉਹ ਸਾਨੂੰ ਉਹਨਾਂ ਦੇ ਪ੍ਰੈਸ਼ਰ ਬਿਲਡ ਕਰਨਾ ਪੈ ਰਿਹਾ, ਜਿਹੜਾ ਕੋਈ ਸਾਡਾ ਬਣਦਾ ਨਹੀਂ ਹੈ ਪ੍ਰੈਸ਼ਰ ਬਿਲਡ ਕਰਨਾ। ਅਸੀਂ ਆਪਣੇ ਕੰਮ ਕਰਾਂਗੇ ਕਿ ਅਸੀਂ ਇਹ ਕੰਮ ਕਰਾਂਗੇ। ਅਸੀਂ ਉਹ ਸਾਨੂੰ ਇਹ ਪ੍ਰੈਸ਼ਰ ਬਿਲਡ ਲੋਕਾਂ ਵਾਸਤੇ ਸਾਰਾ ਕੁਝ ਕਰਨਾ ਪੈ ਰਿਹਾ, ਅਸੀਂ ਕਰ ਰਹੇ ਹਾਂ ਬਿਲਕੁਲ।
ਲੱਗਦਾ ਤੁਹਾਨੂੰ ਕਿ ਜਦੋਂ ਤੁਸੀਂ ਇੱਥੇ ਆ ਪਲਾਟ ਖਰੀਦ ਦਿੱਤੇ ਨੇ ਉਦੋਂ ਕੰਪਨੀ ਵੱਲੋਂ ਵਾਅਦੇ ਕੁਝ ਹੋਰ ਸੀ ਕਿ ਜੇ ਇਸ ਟਾਈਮ ਹੁਣ ਤੰਗੀ ਪਰੇਸ਼ਾਨੀ ਦਿੱਤੀ ਜਾ ਰਹੀ ਹੈ ਕਿ ਬਿਲਕੁਲ ਅਸੀਂ ਦੇਖੋ ਅਸੀਂ ਇੱਥੇ ਸਾਰੇ ਆਏ ਸੀ ਇਸ ਕਰਕੇ ਆਏ ਸੀ ਸਾਰੇ ਇਹੋ ਜਿਹੀ ਫੈਸਿਲਿਟੀਜ਼ ਦੇਖ ਕੇ ਜੋ ਸਾਨੂੰ ਦਿਖਾਇਆ ਗਿਆ ਸੀ, ਸਾਨੂੰ ਉਹ ਸਾਡੇ ਡ੍ਰੀਮ ਸੁਪਨੇ ਸਾਨੂੰ ਦਿਖਾਏ ਗਏ ਸੀ, ਉਹ ਅਸੀਂ ਦੇਖ ਕੇ ਸਾਰਾ ਕੁਝ ਇਨਫਰਾਸਟ੍ਰਕਚਰ ਦੇਖ ਕੇ ਅਸੀਂ ਇੱਥੇ ਆਏ ਹਾਂ। ਅਤੇ ਉਹ ਆਉਣ ਤੋਂ ਬਾਅਦ ਮੈਂ ਵੀ 2015 ਤੋਂ ਇੱਥੇ ਰਹਿ ਰਿਹਾ। ਪ੍ਰੋਫੈਸਰ ਸਾਹਿਬ ਮੇਰੇ ਤੋਂ ਪਹਿਲੇ ਰਹਿ ਰਹੇ ਨੇ, ਹੋਰ ਮੇਰੇ ਸਾਥੀ ਵੀ ਮੇਰੇ ਤੋਂ ਪਹਿਲੇ ਜਾਂ ਬਾਅਦ 'ਚ ਆਏ ਨੇ, ਸਾਡੇ ਕਿੱਟੀ ਭਾਜੀ ਨੇ ਮੇਰੇ ਤੋਂ ਪਹਿਲੇ ਰਹਿ ਰਹੇ। ਈਵਨ ਉਸ ਤੋਂ ਬਾਅਦ ਜਿਹੜੀਆਂ ਫੈਸਿਲਿਟੀਜ਼ ਉਹ ਸਾਰੀਆਂ ਡਿਕਲਾਈਨ ਹੋਈਆਂ, ਉਹ ਘਟੀਆਂ, ਉਹ ਐਸ ਦਾ ਘਟਦੀਆਂ ਗਈਆਂ। ਈਵਨ ਹੁਣ ਸਾਨੂੰ ਨਹੀਂ ਪਤਾ ਉਹਦੇ 'ਚ ਘਟਾਉਣ ਦਾ ਕਾਰਨ ਕੀ ਹੈ। ਹੁਣ ਵੀ ਪਿਛਲੇ ਜਿਹੜੇ 10 ਮਹੀਨੇ ਨੇ ਅਸੀਂ ਬੜੀ ਮੁਸ਼ਕਿਲ ਨਾਲ ਕੱਟ ਰਹੇ ਹਾਂ। ਉਹਦੇ 'ਚ ਵੀ ਸਾਨੂੰ ਤੰਗ ਕੀਤਾ ਜਾ ਰਿਹਾ, ਜਾਣ ਕੇ ਤੰਗ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਅਸੀਂ ਖਰਾਬ ਕਰੀਏ, ਕਿ ਅਸੀਂ ਫੈਸਿਲਿਟੀਜ਼ ਘਟਾਈਏ, ਲੋਕ ਇਹਨਾਂ ਦੇ ਖਿਲਾਫ ਹੋਣ। ਅਸੀਂ ਉਹ ਚੀਜ਼ ਨਹੀਂ ਹੋਣ ਦਿਆਂਗੇ ਬਿਲਕੁਲ ਹੀ। ਅਸੀਂ ਸਟਰੋਂਗਲੀ ਲਿਖਤ ਦਿੱਤੀ ਹੋਏਗੀ ਤੁਹਾਨੂੰ ਕਿ ਆਪਾਂ ਤੁਹਾਨੂੰ ਇਹ ਫੈਸਿਲਿਟੀਆਂ ਦੇਵਾਂਗੇ। ਬਿਲਕੁਲ ਇੱਕ ਪ੍ਰੋਸਪੈਕਟਸ ਦਿੱਤਾ ਗਿਆ ਤੇ ਸਾਰਾ ਕੁਝ ਲਿਖਿਆ, ਸਾਰਾ ਹਰ ਚੀਜ਼ ਲਿਖੀ ਹੋਈ ਹੈ, ਸਾਨੂੰ ਦਿਖਾਇਆ ਗਿਆ, ਪੰਫਲੇਟਸ ਬਣੇ ਸੀ, ਬਰੋਸ਼ਰਸ ਬਣੇ ਸੀ, ਉਹਦੇ ਸਾਰਾ ਕੁਝ ਸਾਨੂੰ ਦੱਸਿਆ ਉਹਨਾਂ ਨੇ ਕਿ ਇਹ ਫੈਸਿਲਿਟੀਜ਼ ਅਸੀਂ ਦਿਆਂਗੇ। ਜਦ ਕਿ ਦੇਖੋ ਜਿਹੜਾ ਬਣਾਇਆ ਆਪਾਂ ਕਮਿਊਨਿਟੀ ਬਿਲਡਿੰਗ ਬਣਾਈ ਹੈ, DC ਕਲੱਬ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦੇ ਸਾਨੂੰ ਬੈਂਕਟ ਹਾਲ ਦੇਣਾ ਸੀ, ਉਹ ਅਜੇ ਤੱਕ ਸਾਡਾ ਕੰਪਲੀਟ ਕਰਕੇ ਨਹੀਂ ਦਿੱਤਾ ਗਿਆ, ਸਾਨੂੰ ਰੂਮਸ ਨਹੀਂ ਦਿੱਤੇ ਗਏ। ਬਹੁਤ ਸਾਰੀਆਂ ਫੈਸਿਲਿਟੀਜ਼ ਅਜੇ ਰਹਿੰਦੀਆਂ ਨੇ ਪੈਂਡਿੰਗ। ਅਸੀਂ ਉਹ ਸਾਰੀਆਂ ਫੈਸਿਲਿਟੀਜ਼ ਬਿਲਕੁਲ ਕ੍ਰੀਏਟ ਕਰਾਂਗੇ, ਹੋਰ ਵੀ ਵਧੀਆ ਬਣਾਵਾਂਗੇ। ਕੀ ਲੱਗਦਾ ਤੁਹਾਨੂੰ ਕਿ ਜੇਕਰ ਆਪਾਂ ਲਿਖਤੀ ਰੂਪ ਦੇ ਵਿੱਚ ਫੈਸਿਲਿਟੀਆਂ ਵੱਲੋਂ ਤੁਹਾਨੂੰ ਦਿੱਤੀਆਂ ਗਈਆਂ ਤਾਂ ਫਿਰ ਕਿਉਂ ਇਹ ਕੰਪਨੀ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਜਾ ਰਹੇ ਹਨ? ਦੇਖੋ ਇਸ ਦਾ ਅਨਐਥੀਕਲ ਪ੍ਰੈਕਟਿਸ ਕੀਤਾ ਜਾ ਰਿਹਾ, ਮਤਲਬ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਗੱਲ ਹੈ ਕਿ ਉਹਨਾਂ ਦੀ ਇੱਕ ਅਸੀਂ ਕਹਿ ਸਕਦੇ ਨੀਅਤ ਖਰਾਬ ਹੋ ਗਈ ਹੈ। ਉਹ ਉਸ ਚੀਜ਼ ਦੀ ਨੀਅਤ ਖਰਾਬ ਹੋਣ ਕਰਕੇ, ਕੰਮ ਨਾ ਕਰਨ ਕਰਕੇ ਸਾਨੂੰ ਪਰਸਿਊ ਕਰਨਾ ਪਿਆ, ਜੁਡੀਸ਼ਰੀ ਸਿਸਟਮ ਵਿੱਚ ਜਾਣਾ ਪਿਆ, ਸਾਨੂੰ ਰੇਰਾ ਜਾਣਾ ਪਿਆ, ਸਾਨੂੰ ਪੁੱਡਾ 'ਚ ਅਸੀਂ ਭੱਜ ਰਹੇ ਹਾਂ। ਹੋਰ ਵੀ ਜਿਹੜੀਆਂ ਹਾਇਰ ਅਥਾਰਟੀਜ਼ ਹੈਗੀਆਂ ਜਿੱਥੇ ਤੁਹਾਨੂੰ ਰਾਹਤ ਮਿਲ ਸਕਦੀ ਹੈ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਰਨ ਦੀ। ਇੱਕ ਤੁਸੀਂ ਗੱਲ ਕੀਤੀ ਕਿਰਾਏ ਵੱਲੋਂ, ਇੱਥੇ ਕੋਈ ਬਾਹਰ ਦੇ ਬੰਦਿਆਂ ਨੂੰ ਕਿਰਾਏ 'ਤੇ ਵੀ ਦਿੱਤਾ ਜਾ ਰਿਹਾ ਹੈ? ਦੇਖੋ ਕਿਰਾਏ 'ਤੇ ਦਿੱਤਾ ਜਾ ਰਿਹਾ, ਪਰ ਉਹ ਜਿਹੜਾ ਸਾਰਾ ਜੋ ਵੀ ਜਿਹੜੇ ਕਿਰਾਏਦਾਰ ਜੋ ਵੀ ਅਸੀਂ ਡਾਲ ਦੇਣ। ਅੱਛਾ ਹਾਂ, ਉਹਦੇ 'ਚ ਇਸ ਤਰ੍ਹਾਂ ਹੈਗਾ, ਜਿਹੜੀ ਬਿਲਡਿੰਗ ਹੈ, ਜਿਹੜੀ ਕਮਿਊਨਿਟੀ ਬਿਲਡਿੰਗ, ਇਹਦੇ 'ਚ ਜਿਹੜੀ ਇੱਕ ਨੈਕਸਟ ਡ੍ਰੀਮ ਸਿਟੀ ਬਣਾਈ ਗਈ ਹੈ, ਉਹਦਾ ਇੱਕ ਇਹਨਾਂ ਨੇ ਆਫਿਸ ਇੱਥੇ ਬਣਾਇਆ ਹੋਇਆ, ਠੀਕ ਹੈ। ਉਹਦਾ ਜੋ ਵੀ ਰੈਂਟ ਵਗੈਰਾ ਉਹ ਵੀ ਅਵੇਲ ਕਰ ਰਹੇ ਨੇ, ਸਾਰਾ ਕੁਝ ਕਰ ਰਹੇ। ਉਹ ਚੀਜ਼ਾਂ ਅਸੀਂ ਜੋ ਵੀ ਸਾਰੀਆਂ ਇਨਕਮ ਐਕਚੁਅਲੀ ਜਿਹੜੀ ਹੈ, ਇਨਕਮ ਜਿੰਨੀ ਵੀ ਹੋ ਰਹੀ ਹੈ, ਉਹ ਸਾਡੇ ਵੈਲਫੇਅਰ ਵਾਸਤੇ ਯੂਜ਼ ਹੋਣੀ ਚਾਹੀਦੀ ਹੈ, ਨਾ ਕਿ ਇਹ ਕੰਪਨੀ ਆਪਣਾ ਕਮਾਈ ਦਾ ਸੋਰਸ ਬਣਾ ਲਵੇ। ਇਹਨੂੰ ਉਹਨਾਂ ਨੇ ਬਿਜ਼ਨਸ ਐਂਟੀਟੀ ਬਣਾਇਆ ਹੈ। ਦਿਸ ਇਜ਼ ਨਾਟ ਅ ਬਿਜ਼ਨਸ ਐਂਟੀਟੀ। ਅਸੀਂ ਉਹ ਚੀਜ਼ ਨਹੀਂ ਹੋਣ ਦਿਆਂਗੇ ਬਿਲਕੁਲ ਵੀ। ਜੇ ਬਿਜ਼ਨਸ ਐਂਟੀਟੀ ਬਣੇਗੀ, ਉਹ ਲੋਕਾਂ ਵਾਸਤੇ ਬਣੇਗੀ, ਸਾਡੇ ਜਿਹੜੇ ਕਲੋਨੀ ਦੇ ਰੈਜ਼ੀਡੈਂਟਸ ਜਾਂ ਟਾਊਨਸ਼ਿਪ ਦੀ ਵੈਲਫੇਅਰ ਵਾਸਤੇ ਯੂਜ਼ ਹੋਏਗਾ। ਜਿੰਨੇ ਵੀ ਤੋਂ ਫੰਡ ਜਨਰੇਟ ਹੋਣਗੇ। ਹੁਣ ਜੇ ਅਸੀਂ ਰੈਸਟੋਰੈਂਟ ਲਈਏ ਤਾਂ ਰੈਸਟੋਰੈਂਟ ਜੇ ਇੱਕ ਕੰਪਨੀ ਨੂੰ ਉਹਨਾਂ ਨੇ ਦਿੱਤਾ ਹੈ, ਉਹਨੂੰ ਔਨ ਕੰਟਰੈਕਟ 'ਤੇ ਕੀਤਾ ਹੈ, ਅਤੇ ਉਹ ਕੰਪਨੀ ਦੇ ਦੇਖੋ 2-4-5 ਲੱਖ ਰੁਪਏ ਤੋਂ ਕਮਾ ਰਹੀ ਹੈ। ਅਸੀਂ ਉਹੋ ਹੀ ਜਦੋਂ ਰੈਜ਼ੀਡੈਂਟਸ ਦੇ ਕੋਲ ਇਹ ਚੀਜ਼ਾਂ ਹੋਣਗੀਆਂ ਸਾਰੀਆਂ, RW ਕੋਲ ਹੋਏਗੀ, ਉਹ ਦੇਖੋ ਅਸੀਂ ਆਪਣੇ ਮਰਜ਼ੀ ਨਾਲ ਅਸੀਂ ਆਪਣੀ ਕੰਪਨੀਜ਼ ਨੂੰ ਜਿੱਥੋਂ ਸਾਨੂੰ ਇਕਨੋਮਿਕਲ ਹੋਏਗਾ, ਅਸੀਂ ਆਪਣਾ ਜਿਹੜੀ ਡ੍ਰੀਮ ਸਿਟੀ ਟਾਊਨਸ਼ਿਪ ਵਾਸਤੇ ਜੋ ਫਾਇਦੇਮੰਦ ਹੋਏਗਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ, ਨਾ ਕਿ ਕੰਪਨੀ ਆਪਣੇ ਫਾਇਦੇ ਵਾਸਤੇ ਕਰ ਰਹੀ ਹੈ। ਡ੍ਰੀਮ ਸਿਟੀ ਕਲੋਨੀ ਪ੍ਰੋਪਰ ਤੁਹਾਡੇ ਨਾਲ ਸਪੋਰਟ ਕਰ ਰਹੀ ਹੈ ਇਸ ਟਾਈਮ? ਬਿਲਕੁਲ ਕਰ ਰਹੀ ਹੈ, ਬਿਲਕੁਲ ਆਲਮੋਸਟ ਮੈਂ ਕਹਿ ਸਕਦਾ 100% ਕਰ ਰਹੀ ਹੈ। ਦੇਖੋ ਹਰ ਜਗ੍ਹਾ 'ਤੇ ਇਹੋ ਜਿਹੇ ਦੇਖੋ ਕੁਛ ਲੋਕ ਹੁੰਦੇ ਹੀ ਨੇ ਜਿਹੜੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਦੇਖੋ ਅਸੀਂ ਇਹ ਤਾਂ ਕਹਿ ਨਹੀਂ ਸਕਦੇ ਦੇਖੋ ਕਿ ਸਾਰੇ ਬੰਦੇ ਹੀ ਦੇਖੋ 100% ਨਾਲ ਨੇ, ਲੇਕਿਨ ਇਹ ਹੁੰਦਾ ਕਿ 5-10% ਹੁੰਦੇ ਨੇ ਜਿਹੜੇ ਗਲਤ ਇਨਫਲੂਐਂਸ ਕਰਕੇ ਮਤਲਬ ਥੋੜ੍ਹਾ ਬਹੁਤਾ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰਦੇ। ਉਹਨਾਂ ਦੇ ਵੀ ਸਾਨੂੰ ਫੋਨ ਆ ਜਾਂਦੇ ਨੇ, ਉਹ ਵੀ ਸਾਨੂੰ ਫੋਨ ਕਰਕੇ ਪੁੱਛ ਰਹੇ, ਅਸੀਂ ਉਹਨਾਂ ਨੂੰ ਕਮਿਊਨੀਕੇਟ ਕਰ ਰਹੇ ਹਾਂ ਉਹਨਾਂ ਨੂੰ। ਮਤਲਬ ਇਹ ਨਹੀਂ ਕਿ ਉਹਨਾਂ ਦੇ ਕੋਈ ਵਿਸ਼ਵਾਸ ਕਰ ਰਹੇ ਨੇ। ਹਾਂ, ਕੁਛ ਹੋਰ ਵੀ ਕਾਰਪੋਰੇਟ ਫੰਡ ਬਾਰੇ ਐਡ ਕਰਨਾ ਚਾਹੁੰਦੇ ਨੇ, ਉਹ ਤੁਸੀਂ ਇਹਨਾਂ ਨਾਲ ਵੀ ਤੁਸੀਂ ਹੋਰ ਵੀ ਗੱਲ ਕਰ ਸਕਦੇ ਹੋ। ਅੱਜ ਸਭ ਤੋਂ ਪਹਿਲੇ ਤੇ ਗੁੱਡ ਮਾਰਨਿੰਗ ਸਾਰੇ ਸਾਡੇ ਡ੍ਰੀਮ ਸਿਟੀ ਰੈਜ਼ੀਡੈਂਟਸ ਨੂੰ। ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ, ਸਾਰੇ ਆਪਣੇ ਰਵਾ ਦੇ ਮੈਂਬਰਸ ਔਰ ਸਾਡੇ ਐਡਵਾਈਜ਼ਰਸ ਅਸੀਂ ਇਕੱਠੇ ਹੋਏ ਹਾਂ। ਉਹ ਸਾਨੂੰ ਬਹੁਤ ਜ਼ਰੂਰੀ ਇਸ ਕਰਕੇ ਇਕੱਠੇ ਹੋਣਾ ਪਿਆ ਕਿ ਕੁਛ ਲੋਕਾਂ ਨੂੰ ਜਿਹੜੇ ਸਾਡੇ ਰੈਜ਼ੀਡੈਂਟਸ ਜਿਹੜੇ ਨੇ ਉਹਨਾਂ ਨੂੰ ਕੁਛ ਲੋਕ ਜਿਹੜੇ ਆ ਉਹ ਮਿਸਗਾਈਡ ਕਰ ਰਹੇ ਨੇ, ਕਮਿਊਨੀਕੇਟ ਕਰ ਰਹੇ ਨੇ। ਜਿਹੜੇ ਅਸੀਂ ਕੇਸਿਸ ਰੇਰਾ 'ਚ ਕੀਤੇ ਹੋਏ ਨੇ, ਰੇਰਾ 'ਚ ਇਕੱਲਾ ਜਿਹੜਾ ਇਹ ਕੇਸ ਸਿਰਫ ਕਮਿਊਨਿਟੀ ਬਿਲਡਿੰਗ ਦੇ ਨਹੀਂ, ਹੋਰ ਵੀ ਕੇਸਿਸ ਹੈਗੇ ਨੇ, ਅਸੀਂ ਉਹਦੇ ਬਾਰੇ ਡਿਟੇਲ 'ਚ ਦੱਸਾਂਗੇ। ਸਭ ਤੋਂ ਪਹਿਲੇ ਤਾਂ ਮੈਂ ਜਿਹੜਾ ਕਮਿਊਨਿਟੀ ਬਿਲਡਿੰਗ ਦੇ ਜਿਹੜਾ ਕੇਸ ਕੀਤਾ ਸੀ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਉਹਦੇ ਵਾਸਤੇ ਜੋ ਮਿਸਕਮਿਊਨੀਕੇਸ਼ਨ ਕੀਤੀ ਜਾ ਰਹੀ ਹੈ, ਗਲਤ ਪ੍ਰਚਾਰ ਕੀਤਾ ਜਾ ਰਿਹਾ, ਉਹਦੇ ਵਾਸਤੇ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਪ੍ਰੋਫੈਸਰ ਰਾਮਪਾਲ ਜੀ, ਮੈਂ ਉਹਨਾਂ ਨੂੰ ਕਹਾਂਗਾ ਉਹ ਸਾਰੀ ਜੋ ਵੀ ਇਹਦੇ ਬਾਰੇ ਡਿਟੇਲਸ ਹੈਗੇ ਉਹ ਦੱਸਣਗੇ। ਉਸ ਤੋਂ ਬਾਅਦ ਮੇਰੇ ਵੱਲੋਂ ਵੀ ਜਿਹੜੀਆਂ ਡਿਟੇਲਸ ਹੋ ਰਹੀਆਂ ਸੀ ਉਹ ਵੀ ਦੱਸਾਂਗੇ।
ਤੇ ਸਾਹਮਣੇ ਰੱਖੀ ਹੈ ਉਹਨੂੰ ਥੋੜ੍ਹਾ ਜਿਹਾ ਨਾ ਸਪਲੀਮੈਂਟ ਕਰਨਾ ਚਾਹੁੰਦਾ। ਦੇਖੋ, ਜਿਸਲੇ ਅਸੀਂ ਪਲਾਟ ਲਿੱਤਾ ਸੀ ਇੱਥੇ, ਸਾਡੇ ਕੋਲੋਂ 60,000 ਰੁਪਈਆ ਪਰ ਪਲਾਟ ਹੋਲਡਰ ਇਕੱਠਾ ਕੀਤਾ ਗਿਆ ਸੀ ਇਨ ਦੀ ਨੇਮ ਆਫ ਕਾਰਪੋਰੇਟ ਫੰਡ। 750 ਘਰ ਹੈਗਾ ਇੱਥੇ। ਅਗਰ ਹਰ ਘਰ ਨੇ 60,000 ਰੁਪਈਆ ਦਿੱਤਾ ਹੈ ਤਾਂ ਕੋਈ ਕਰੀਬ ਇਹ 5 ਕਰੋੜ ਦੇ ਕਰੀਬ ਪੈਸਾ ਰੈਜ਼ੀਡੈਂਟਸ ਦਾ ਕੰਪਨੀ ਦੱਬ ਕੇ ਬੈਠੀ ਹੋਈ ਹੈ। ਇਹਨੂੰ ਅਸੀਂ ਕਾਰਪੋਰੇਟ ਫੰਡ ਦਾ ਨਾਂ ਦਿੱਤਾ ਹੈ ਇਹਨਾਂ ਨੇ। ਕਾਰਪੋਰੇਟ ਫੰਡ ਕੀ ਹੁੰਦਾ, ਮੈਂ ਥੋੜ੍ਹਾ ਜਿਹਾ ਨਾ ਸਪਲੀਮੈਂਟ ਕਰਨਾ ਚਾਹੁੰਦਾ ਕਿ ਇਨ ਕੇਸ ਆਫ ਇਹਨੂੰ ਕੰਟੀਨਜੈਂਸੀ ਫੰਡ ਕਹਿੰਦੇ ਆ। ਇਨ ਕੇਸ ਆਫ ਐਮਰਜੈਂਸੀ ਕੋਈ ਭੁਚਾਲ ਆ ਜਾਂਦਾ, ਕੋਈ ਕਲੈਮਿਟੀ ਹੋ ਜਾਂਦੀ ਹੈ, ਕੋਈ ਸਿਸਟਮ ਮੇਜਰ ਇਨਫਰਾਸਟਰਕਚਰ ਸਿਸਟਮ ਕੋਲੈਪਸ ਹੁੰਦਾ, ਉਹਦੇ ਵਾਸਤੇ ਉਹ ਇੱਕ ਰਿਜ਼ਰਵ ਫੰਡ ਹੁੰਦਾ, ਉਹਨੂੰ ਯੂਜ਼ ਕਰਨਾ ਹੁੰਦਾ। ਹੁਣ ਜਿਸਲੇ ਇਹਨਾਂ ਨੇ ਹੈਂਡਓਵਰ ਕਰਨਾ ਵਿਦਆਊਟ ਇੰਟਰਸਟ, ਇਹਦਾ ਇੰਟਰਸਟ ਇਹ ਖਾ ਰਹੇ ਹੈ। AIPL 5 ਕਰੋੜ ਰੁਪਈਆ ਸਾਡਾ ਇੰਟਰਸਟ ਇਹ ਖਾ ਰਹੇ ਹੈ। ਹੁਣ ਜਿਸਲੇ ਇਹਨਾਂ ਨੇ ਹੈਂਡਓਵਰ ਕਰਨਾ, ਅਸੀਂ ਕਹਿੰਦੇ ਭਰਾ ਜੀ ਸਾਡਾ ਪੈਸਾ ਤੇ ਸਾਨੂੰ ਹੈਂਡਓਵਰ ਕਰ ਰਹੇ, ਅਸੀਂ ਅੱਗੋਂ ਕਲੋਨੀ ਚਲਾਉਣੀ ਹੈ, ਕੋਈ ਮੇਜਰ ਫਾਲਟ ਆ ਜਾਂਦਾ, ਕਿੱਥੋਂ ਅਸੀਂ ਦਰ ਧੱਕੇ ਖਾਵਾਂਗੇ। ਇਹ ਕਹਿੰਦੇ ਉਸ ਤਰ੍ਹਾਂ ਹੀ ਸੁੱਕਾ ਤੁਸੀਂ ਹੈਂਡਓਵਰ ਲੈ ਲਓ, ਉਹ ਪੈਸਾ ਜਿਹੜਾ ਹੈਗਾ ਰੱਬ ਜਾਣੇ ਵਰਤ ਗਏ ਹੈ। ਸਾਨੂੰ ਤਾਂ ਹਾਲੇ ਤੱਕ ਇਹਨਾਂ ਨੇ ਬੈਂਕ ਦੇ ਵਿੱਚ ਦੱਸਿਆ ਨਹੀਂ ਕਿਹੜੇ ਬੈਂਕ ਦੇ ਵਿੱਚ ਹੈਗਾ ਸਾਡਾ ਕਾਰਪੋਰੇਟ ਫੰਡ। ਤਾਂ ਟੋਟਲ ਫਰਾਡ ਹੈਗਾ। ਮੈਂ ਓਪਨਲੀ ਕਹਾਂਗਾ, ਇਹ ਜਿਸਲੇ ਇੱਕ ਨਾਲ ਦਾ ਪਟਾਰਾ ਖੁੱਲ੍ਹਦਾ ਪਿਆ ਹੌਲੀ ਹੌਲੀ ਕਰਕੇ ਲੋਕਾਂ ਦੇ ਸਾਹਮਣੇ ਅਸਲੀਅਤ ਆਏਗਾ। ਸੋ ਕਾਰਪੋਰੇਟ ਫੰਡ ਬੇਸਿਕਲੀ ਕੰਟੀਨਜੈਂਸੀ ਫੰਡ ਹੈ। ਸਾਡਾ ਫੰਡ ਇਕੱਠਾ ਕੀਤਾ ਹੋਇਆ, ਇਹ ਦੱਬ ਕੇ ਬੈਠੇ ਹੈ। ਮੈਂ ਥੋੜ੍ਹਾ ਜਿਹਾ ਨਾ ਇਹਨੂੰ ਸਪਲੀਮੈਂਟ ਕਰਨਾ ਚਾਹੁੰਦਾ ਸਰ, ਤੁਹਾਨੂੰ ਦੱਸਣਾ ਚਾਹੁੰਦਾ ਕਾਰਪੋਰੇਟ ਫੰਡ ਹੈ ਕੀ ਚੀਜ਼ ਹੈਗੀ ਸਰ। ਬਿਲਕੁਲ ਠੀਕ ਹੈ, ਪ੍ਰੋਫੈਸਰ ਨੇ ਡਿਟੇਲ 'ਚ ਸਾਰਾ ਕੁਝ ਦੱਸਿਆ, ਠੀਕ ਹੈ। ਅਤੇ ਇਸ ਤੋਂ ਬਾਅਦ ਮੈਂ ਪ੍ਰੋਫੈਸਰ ਅਰਵਿੰਦਰ ਜੀ ਨੂੰ ਕਹਾਂਗਾ ਜੀ, ਉਹ ਵੀ ਆਪਣਾ ਜੋ ਵੀ ਇਹਦੇ ਬਾਰੇ ਕਹਿਣਾ ਚਾਹੁੰਦੇ ਨੇ ਆਪਣੇ ਵਿਚਾਰ ਦੇਣ। ਪ੍ਰੋਫੈਸਰ ਅਰਵਿੰਦਰ ਸਿੰਘ। ਸਰ, ਕੀ ਕਹਿਣਾ ਚਾਹੋਗੇ ਜਿਹੜੀ ਅੱਜ ਦੀ ਤੁਹਾਡੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ? ਦੇਖੋ ਜੀ, ਮੈਂ ਬਹੁਤ ਕਲੀਅਰ ਕੱਟ ਗੱਲ ਕਹਿ ਦੇਣਾ ਚਾਹੁੰਦਾ ਕਿ ਜੋ ਪ੍ਰੋਫੈਸਰ ਰਾਮਪਾਲ ਜੀ ਨੇ ਕਿਹਾ, ਜੋ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ, 100% ਮੈਂ ਉਹਦੀ ਸਪੋਰਟ ਕਰਦਾ। ਉਹ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਟੋਟਲੀ ਕੰਪਨੀ ਜਿਹੜੀ ਹੈਗੀ ਹੈ ਫਰਾਡ ਕਰ ਰਹੀ ਹੈ। ਔਰ ਦੂਸਰੀ ਗੱਲ ਇੱਕ ਇਹ ਹੈ, ਸ਼ਾਇਦ ਰੈਜ਼ੀਡੈਂਟਸ ਦੇ ਮਨ ਦੇ ਵਿੱਚ ਇਹ ਕੋਈ ਵਹਿਮ ਭਰਮ ਹੋਏਗਾ ਕਿ ਕੰਪਨੀ ਨੇ ਡਾਇਰੈਕਟਲੀ ਹੈਂਡਓਵਰ ਕਰ ਦੇਣਾ RWA ਨੂੰ। RWA ਨੂੰ ਇਹ ਹੈਂਡਓਵਰ ਨਹੀਂ ਇਹ ਕਰਨਗੇ, ਇਹ ਸਿੱਧਾ ਪਹਿਲਾਂ ਕਰਨਗੇ ਪੁੱਡਾ ਨੂੰ ਹੈਂਡਓਵਰ, ਕਿਉਂਕਿ ਪੁੱਡਾ ਨੇ ਕੋਲ ਇਹਨਾਂ ਨੇ ਜੋ ਪਹਿਲਾਂ ਲੇਆਊਟ ਪਲਾਨ ਬਣਾਇਆ, ਜੋ ਪਲਾਨ ਇਹਨਾਂ ਨੇ ਸਬਮਿਟ ਕੀਤਾ, ਪੁੱਡਾ ਉਹ ਵੈਰੀਫਾਈ ਕਰੇਗਾ ਕਿ ਕਿਆ ਇਹਨਾਂ ਨੇ ਉਹ ਸਾਰਾ ਕੁਝ ਇਨਫਰਾਸਟਰਕਚਰ ਜੋ ਡਿਵੈਲਪਮੈਂਟ ਕਰਨੀ ਸੀ ਕੀਤੀ ਹੈ ਇਹਨਾਂ ਨੇ ਕਿ ਨਹੀਂ ਕੀਤੀ, ਐਂਡ ਅਪ ਟੂ ਦਾ ਮਾਰਕ ਕੀਤੀ ਹੈ ਜਾਂ ਨਹੀਂ ਕੀਤੀ। ਤੁਸੀਂ ਇਹ ਦੇਖ ਲਓ ਕਿ ਸਾਡੀ ਜਿਹੜੀ ਬਾਉਂਡਰੀ ਵਾਲ ਹੈ, ਤੁਸੀਂ ਸ਼ਾਇਦ ਵਿਜ਼ਿਟ ਵੀ ਕੀਤਾ ਹੋਵੇਗਾ, ਦੇਖਿਆ ਹੋਵੇਗਾ, ਇਹਨਾਂ ਨੇ 4.5 ਇੰਚ ਦੀ ਉਹ ਦੀਵਾਰ ਬਣਾਈ ਹੋਈ ਹੈ। ਇਹ ਵਰਲਡ ਕਲਾਸ ਇਨਫਰਾਸਟਰਕਚਰ ਦੀਆਂ ਗੱਲਾਂ ਕਰਦੇ ਨੇ। ਔਰ ਮੈਂ ਤਾਂ ਇੱਥੋਂ 2013 ਦਾ ਇੱਥੇ ਰਹਿ ਰਿਹਾ। ਅਗਰ ਥੋੜ੍ਹੀ ਬਹੁਤੀ ਹਵਾ ਵੀ ਚੱਲਦੀ ਹੈ, ਹਨੇਰੀ ਆਉਂਦੀ ਹੈ, ਤਾਂ ਇਹਨਾਂ ਦੀ ਦੀਵਾਰ ਗਿਰ ਜਾਂਦੀ ਹੈ। ਕਿੰਨੀ ਮਤਲਬ ਕਿ ਹਾਸੋਹੀਣੀ ਗੱਲ ਹੈ ਕਿ ਇੱਕ ਵਰਲਡ ਕਲਾਸ ਕਮਿਊਨਿਟੀ ਦੀ ਗੱਲ, ਇਸ ਸੈਂਟਰ ਡਿਵੈਲਪ ਕਰਨ ਦੀ ਗੱਲ ਕਰ ਰਹੇ ਹੈ, ਕਲੋਨੀ ਦੀ ਗੱਲ ਕਰ ਰਹੇ ਹੈ, ਔਰ ਇੱਕ ਹਵਾ ਆਉਂਦੀ ਹੈ, ਹਨੇਰੀ ਆਉਂਦੀ ਹੈ, ਉਹਨਾਂ ਦੀ ਦੀਵਾਰ ਗਿਰ ਜਾਂਦੀ ਹੈਗੀ ਹੈ। ਸੋ ਇਹਨਾਂ ਨੇ ਬਹੁਤ ਘਪਲੇ ਕੀਤੇ ਨੇ। ਇਹ ਤਾਂ ਚਲੋ ਅਸੀਂ ਇੱਕ ਵੈਸੇ ਗੱਲ ਕਰ ਰਹੇ ਹਾਂ, ਇਨ ਜਨਰਲ ਪੂਰੇ ਕਲੋਨੀ ਦੀ ਗੱਲ ਕਰ ਰਹੇ ਹਾਂ। ਇੰਡੀਵਿਜੂਅਲੀ ਵੀ ਇਹਨਾਂ ਨੇ ਬਹੁਤ ਧੱਕਾ ਕੀਤਾ ਹੈ। ਇੰਡੀਵਿਜੂਅਲ ਵੀ ਇਹਨਾਂ ਨੇ, ਮੈਂ ਤਾਂ ਹੁਣ ਓਪਨਲੀ ਹੀ ਕਹੂੰਗਾ ਕਿ ਜਿਹੜੇ 500 ਗਜ਼ ਵਾਲੇ ਜਿਹੜੇ ਘਰ ਹੈਗੇ ਆ, ਜਿਹੜਾ ਕਿ ਮੈਂ ਇਹਨਾਂ ਕੋਲੋਂ ਬਣਾਇਆ ਲਿਆ ਸੀ, ਉਹਦੇ ਵਿੱਚ ਜਿਹੜੀ ਮੇਰੇ ਨਾਲ ਇਹਨਾਂ ਨੇ ਡੀਲ ਕੀਤੀ ਹੈ, ਮੈਂ ਦੱਸ ਰਿਹਾ ਕਿ ਦੇਖੋ ਇਹਨਾਂ ਨੇ ਮਤਲਬ ਇੰਡੀਵਿਜੂਅਲੀ ਵੀ ਧੱਕਾ ਕੀਤਾ ਹੈ। ਮੇਰੇ ਨਾਲ ਜੋ ਡੀਲ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ 5600 ਸਕੁਅਰ ਫੀਟ ਕੰਸਟਰਕਟਡ ਏਰੀਆ ਇਹਨਾਂ ਨੇ ਦੇਣਾ ਸੀ, ਜਦ ਕਿ ਇਹਨਾਂ ਨੇ ਮੈਨੂੰ ਸਿਰਫ 4600 ਦਿੱਤਾ ਹੈ ਕੰਸਟਰਕਟਡ ਏਰੀਆ ਜਿਹੜਾ ਕਿ ਮਤਲਬ ਬਿਲਕੁਲ ਔਨ ਰਿਕਾਰਡ ਹੈਗਾ, ਪੁੱਡਾ ਦੇ ਰਿਕਾਰਡ ਦੇ ਵਿੱਚ ਹੈਗਾ। ਔਰ ਇਹਨਾਂ ਨੇ ਤਾਂ ਭੋਲੀ ਭਾਈ ਜਨਤਾ ਨੂੰ ਬੇਸਿਕਲੀ ਲੁੱਟਿਆ ਹੈਗਾ। ਔਰ ਮੈਂ ਇਹਨਾਂ ਨੂੰ ਈਮੇਲ ਵੀ ਕੀਤੀਆਂ ਨੇ ਵੀ ਤੁਸੀਂ ਭਾਈ ਇਹਦਾ ਜਵਾਬ ਦਿਓ। ਇਹਨਾਂ ਦਾ ਕੋਈ ਜਵਾਬ ਨਹੀਂ ਅਜੇ ਤੱਕ ਆਇਆ। 47 ਲੱਖ ਇਹ ਮੇਰੇ ਦੇਣਦਾਰ ਨੇ ਇਕੱਲੇ ਦੇ, ਬਾਕੀਆਂ ਦੇ ਪਤਾ ਨਹੀਂ ਕਿੰਨਿਆਂ ਦੇ ਹੋਣਗੇ। ਮਤਲਬ ਇਹਨਾਂ ਨੇ ਬਹੁਤ ਫਰਾਡ ਕੀਤਾ ਹੈ। ਇਹ ਉੱਤੋਂ ਦਿਖਾਉਣ ਨੂੰ ਇਹ ਹੈ ਵੀ ਅਸੀਂ ਪਤਾ ਨਹੀਂ ਕਿੰਨੇ ਕੁ ਸਾਫ਼ ਦਿਲ ਹੈਗੇ ਆ, ਬਟ ਅੰਦਰੋਂ ਪੂਰਾ ਇਹ ਲੁੱਟ ਰਹੇ ਨੇ, ਪੂਰਾ ਲੁੱਟ ਰਹੇ। ਬਾਕੀ ਜੋ ਵੀ ਆ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਔਰ ਰਾਮਪਾਲ ਜੀ ਨੇ ਕਿਹਾ, ਮੈਂ ਫੁੱਲੀ ਸਪੋਰਟ ਕਰਦਾ ਇਹਨਾਂ ਦੀ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਪ੍ਰੈਜ਼ੀਡੈਂਟ ਸਾਹਿਬ ਨੇ ਹੁਣੇ ਗੱਲ ਕੀਤੀ, ਜੈਨਸੈਟ ਦੀ ਗੱਲ ਕੀਤੀ ਹੈ, ਜੈਨਸੈਟ ਦੇ ਪੈਸੇ ਕੋਈ ਇਹ ਸਾਡੇ ਕੋਲੋਂ ਲਏ ਨੇ ਇਹਨਾਂ ਨੇ, ਇਹ ਕੋਈ ਆਪ ਲਾ ਕੇ ਨਹੀਂ ਜੈਨਸੈਟ ਸਾਨੂੰ ਦੇ ਰਹੇ ਹੈਗੇ।
ਸਾਡੇ ਕੋਲੋਂ 60,000 ਰੁਪਏ ਲਿਆ ਇਹਨਾਂ ਨੇ 20,000 ਫॉर ਈਚ ਜਨ ਸੈਟ ਸਾਰਿਆਂ ਕੋਲੋਂ ਕਲੈਕਟ ਕੀਤਾ ਹੈ। ਤੇ ਉਹ ਜਿਹੜਾ ਚੀਜ਼ ਅਸੀਂ ਦਿੱਤੀ ਹੋਈ ਹੈ, ਜਿਹੜੇ ਪੈਸੇ ਅਸੀਂ ਦਿੱਤੇ ਹੋਏ ਆ, ਔਰ ਦੇਖੋ ਇਹ ਪੈਸੇ ਅਸੀਂ 2013 'ਚ ਅਸੀਂ ਦਿੱਤੇ ਹੋਏ ਆ, ਜੋ ਮੈਂ 2013 'ਚ ਜਿਸ ਤਰ੍ਹਾਂ ਲੋਕ ਆਉਂਦੇ ਰਹੇ ਨੇ, ਇਹ ਉਹ ਪੈਸਾ ਦਾ ਇੰਟਰਸਟ ਵੀ ਖਾ ਰਹੇ ਨੇ। ਔਰ ਮੈਨੂੰ ਪਤਾ ਹੈ ਕਿ ਜਿਹੜਾ ਜਨਸੈਟ ਹੁਣ ਲਗਾਇਆ ਕਿੰਨੀ ਮੁਸ਼ਕਿਲ ਦੇ ਨਾਲ, ਉਹ ਕਿੰਨਾ ਇਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਲਗਾਇਆ, ਉਹ ਸਾਡਾ ਪੈਸਾ ਹੈ ਵੀ ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ। ਸੋ ਇਹਨਾਂ ਦੀ ਨੀਅਤ ਖਰਾਬ ਹੋ ਚੁੱਕੀ, ਜਿੱਦਾਂ ਇਹਨਾਂ ਨੇ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਕਿ ਇਹਨਾਂ ਦੀ ਬਿਲਕੁਲ ਨੀਅਤ ਖਰਾਬ ਹੋ ਚੁੱਕੀ ਹੈਗੀ ਆ। ਔਰ ਰੋਡਸ ਦੇਖੋ ਤੁਸੀਂ, ਰੋਡਸ ਵੀ ਇਹਨਾਂ ਨੇ ਆਪ ਬਣਵਾਈਆਂ ਨੇ, ਕੋਈ ਕੰਪਨੀ ਨੇ ਨਹੀਂ ਬਣਾ ਕੀਤੀਆਂ। ਥੋੜ੍ਹਾ ਜਿਹਾ ਕੰਪਨੀ ਨੇ ਮਾੜਾ ਮੋਟਾ ਪੈਚ ਵਰਕ ਕੀਤਾ ਹੈ, ਬਾਕੀ ਆਪ ਪਰਸਨਲੀ ਲੋਕਾਂ ਨੇ ਕੰਟਰੀਬਿਊਟ ਕਰਕੇ ਉਹ ਰੋਡਸ ਵੀ ਬਣਾਈਆਂ ਹੈਗੀਆਂ। ਔਰ ਮੇਨਟੇਨੈਂਸ ਦੇਖੋ ਇਹ ਲੈਂਦੇ ਰਹੇ ਨੇ, ਮੇਨਟੇਨੈਂਸ ਇਹ ਲੈਂਦੇ ਰਹੇ ਨੇ। ਔਰ ਮੇਰੇ ਅਕੋਰਡਿੰਗਲੀ ਤਾਂ ਇਹਨਾਂ ਨੂੰ ਮੇਨਟੇਨੈਂਸ ਜਿਹੜੀ ਹੈਗੀ ਹੈ ਬੇਸਿਕਲੀ ਜਿੰਨੀ ਦੇਰ ਤੱਕ ਜਦੋਂ ਪੁੱਡਾ ਨੂੰ ਇਹਨਾਂ ਨੇ ਹੈਂਡਓਵਰ ਕਰਨਾ ਸੀ ਉਸ ਤੋਂ ਬਾਅਦ ਮੇਨਟੇਨੈਂਸ ਸਟਾਰਟ ਹੁੰਦੀ ਹੈ। ਈਵਨ ਦੈਨ ਵੀ ਲੋਕੀ ਮੇਨਟੇਨੈਂਸ ਦਿੰਦੇ ਰਹੇ ਆ, ਉਸ ਤੋਂ ਬਾਅਦ ਵੀ ਜੇ ਇਹ ਹਾਲ ਹੈ ਤੇ ਇਟਸ ਰੀਅਲੀ ਸ਼ੇਮ ਔਨ देयर ਪਾਰਟ ਕਿ ਬਹੁਤ ਮਾੜੀ ਗੱਲ ਹੈ ਉਹਨਾਂ ਦੀ ਕੰਪਨੀ ਦੇ ਸਿਰ। ਇੱਕ ਡ੍ਰੀਮ ਸਿਟੀ ਕੀ ਬੰਦਾ ਡ੍ਰੀਮ ਲੈ ਕੇ ਤੁਸੀਂ ਇੱਥੇ ਆਏ ਸੀਗੇ ਤੇ ਤੁਹਾਨੂੰ ਹੁਣ ਕੋਰਟ ਦੇ ਵਿੱਚ ਧੱਕੇ ਖਾਣੇ ਪੈ ਰਹੇ ਨੇ ਆਪਣੇ ਡ੍ਰੀਮਸ ਲੈਣ ਵਾਸਤੇ, ਕੀ ਲੱਗਦਾ ਕਿ ਇਹ ਸਹੀ ਚੀਜ਼ ਹੈ? ਦੇਖੋ ਜੀ, ਮੈਂ ਤਾਂ ਬੜਾ ਸਿੱਧਾ ਸਾਦਾ, ਮੈਂ ਤਾਂ ਇੱਕ ਪ੍ਰੋਫੈਸਰ ਹੈਗਾ। ਮੈਂ ਤਾਂ ਇਸ ਫਸਟ ਟਾਈਮ ਹੀ ਮੈਂ ਇਹ ਘਰ ਇੱਥੇ ਖਰੀਦਿਆ ਆਪਣਾ। ਮੈਨੂੰ ਨਹੀਂ ਸੀ ਪਤਾ ਕਿ ਜਿਹੜੇ ਐਡੇ ਵੱਡੇ ਕੰਪਨੀਜ਼ ਹੈਗੀਆਂ ਨੇ ਇਹ ਇੰਨੀਆਂ ਧੋਖੇਬਾਜ਼ ਹੋਣਗੀਆਂ। ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਸਾਡਾ ਸਿਸਟਮ ਕੀ ਹੈ। ਕੋਰਟ 'ਚ ਧੱਕੇ ਖਾਣੇ ਪੈ ਰਹੇ ਨੇ, ਨੋ ਡਾਊਟ। ਚਲੋ ਕੋਈ ਗੱਲ ਨਹੀਂ, ਅਲਟੀਮੇਟਲੀ ਕੋਰਟ ਤਾਂ ਕੋਰਟ ਹੀ ਹੈ, ਡਿਸੀਜਨ ਤਾਂ ਆਏਗਾ ਹੀ ਆਏਗਾ, ਔਰ ਉਹ ਆਏਗਾ, ਡੈਫੀਨੇਟਲੀ ਆਏਗਾ, ਔਰ ਉਹ ਸਾਡੀ ਫੇਵਰ 'ਚ ਹੀ ਆਏਗਾ ਕਿਉਂਕਿ ਇਹ ਗਲਤ ਕੰਮ ਕਰ ਰਹੇ ਆ। ਔਰ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਇਹ ਤਾਂ ਕੁਦਰਤੀ ਗੱਲ ਹੈ। ਠੀਕ ਹੈ, ਟਾਈਮ ਲੱਗ ਜਾਏਗਾ, ਪਰ ਅਲਟੀਮੇਟਲੀ ਜਿਹੜਾ ਹੈ ਜਿੱਤ ਜਿਹੜੀ ਹੋਣੀ ਹੈ ਉਹ ਸੱਚਾਈ ਦੀ ਹੀ ਹੋਣੀ ਹੈ। ਪ੍ਰੋਫੈਸਰ ML ਰਾਮਪਾਲ ਅੱਜ ਦੀ ਜਿਹੜੀ ਪ੍ਰੈਸ ਮੀਟ ਰੱਖੀ ਹੈ, ਜਿਸ ਜਗ੍ਹਾ 'ਤੇ ਰੱਖੀ ਗਈ ਹੈ, ਇਸ ਬਿਲਡਿੰਗ ਦਾ ਨਾਂ ਹੈ ਕਮਿਊਨਿਟੀ ਬਿਲਡਿੰਗ। ਸੈਂਕਸ਼ਨਡ ਲੇਆਊਟ ਪਲਾਨ ਜਿਹੜਾ ਪੂਡਾ ਵੱਲੋਂ ਮਨਜ਼ੂਰਸ਼ੁਦਾ ਹੈ, ਉਹਦੇ ਵਿੱਚ ਇਹ ਕਮਿਊਨਿਟੀ ਬਿਲਡਿੰਗ ਹੈ। ਕਮਿਊਨਿਟੀ ਬਿਲਡਿੰਗ ਨੂੰ ਉਹਨਾਂ ਨੇ ਕਿਹਾ ਪਬਲਿਕ ਬਿਲਡਿੰਗ, ਨਾਟ ਫਾਰ ਸੇਲ। ਇਹ ਜਿਹੜੇ ਹੈ ਰੈਜ਼ੀਡੈਂਟਸ ਦੇ ਸੋਸ਼ਲ ਵੈਲਫੇਅਰ ਵਾਸਤੇ ਵਰਤੀ ਜਾਂਦੀ ਹੈ। ਇਹਦੇ ਥੱਲੇ ਜਿਹੜੀ ਲੈਂਡ ਹੈ ਆਸ-ਪਾਸ ਜਿਹੜੇ ਤੁਸੀਂ ਦੇਖ ਰਹੇ ਜੇ, ਇਹ 2.3 ਏਕੜ ਦੀ ਹੈ। ਲੇਆਊਟ ਪਲਾਨ ਦੇ ਵਿੱਚੋਂ ਇਹਨੂੰ ਕਮਿਊਨਿਟੀ ਸੈਂਟਰ ਕਿਹਾ ਗਿਆ। ਇਹਦੀ ਟੋਟਲ ਕਾਸਟ, ਲੈਂਡ ਦੀ ਕਾਸਟ ਔਰ ਬਿਲਡਿੰਗ ਦੀ ਕਾਸਟ, ਇਹ ਪਲਾਟ ਹੋਲਡਰਸ ਰੈਜ਼ੀਡੈਂਟਸ ਕੋਲੋਂ ਰਿਕਵਰ ਕੀਤੀ ਗਈ ਹੈ। ਇਹ ਮੈਂਡੇਟਰੀ ਹੁੰਦੀ ਹੈ ਮੈਗਾ ਹਾਊਸਿੰਗ ਪ੍ਰੋਜੈਕਟ ਦੇ ਵਿੱਚ। ਔਰ ਇਹਨੂੰ ਜਿਹੜਾ ਪ੍ਰਮੋਟਰ ਹੈ AIPL ਮਿਸਯੂਜ਼ ਕਰ ਰਿਹਾ। ਮਿਸਯੂਜ਼ ਇਨ ਦਾ ਸੈਂਸ ਕਿਰਾਏ 'ਤੇ ਬਿਲਡਿੰਗ ਦਿੱਤੀ ਹੋਈ ਹੈ, ਮਾਰਕੀਟਿੰਗ ਦਫ਼ਤਰ ਖੋਲ੍ਹਿਆ ਹੋਇਆ, ਇਹਦਾ ਕਮਰਸ਼ੀਅਲ ਯੂਜ਼ ਕਰਿਆ ਇਨ ਦਾ ਨੇਮ ਆਫ DC ਕਲੱਬ। ਇਹਨੂੰ ਕਲੱਬ ਬਣਾ ਕੇ ਲੋਕਾਂ ਨੂੰ ਹੁਡਵਿੰਗ ਕਰਕੇ ਕਲੱਬ ਮੈਂਬਰਸ਼ਿਪ, ਕਲੱਬ ਦੀ ਮੇਨਟੇਨੈਂਸ ਇਕੱਠੀ ਕਰਦੇ ਪਏ ਆ, ਕਰੋੜਾਂ ਰੁਪਏ ਦੇ ਇਕੱਠੇ ਕਰਦੇ ਪਏ ਆ ਐਨੂਅਲੀ। ਅਲਟੀਮੇਟਲੀ ਇਹ ਜਿਹੜੀ ਬਿਲਡਿੰਗ ਹੈ, ਜਿਸ ਲਈ ਸਾਰੀ ਪ੍ਰੋਜੈਕਟ ਮੈਗਾ ਹਾਊਸਿੰਗ ਪ੍ਰੋਜੈਕਟ ਹੈਂਡਓਵਰ ਕਰਨੀ ਹੈ, ਇਹ ਬਿਲਡਿੰਗ ਨੂੰ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਹੈਂਡਓਵਰ ਕਰਨਾ ਹੈ। ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਇਹਨੂੰ ਚਲਾਉਣਾ ਹੈ। ਉਹਨੂੰ ਮੈਨੇਜ ਕਰਨ ਵਾਸਤੇ ਜਿਹੜੀ ਜ਼ਿੰਮੇਵਾਰੀ ਹੈ ਅਲਟੀਮੇਟਲੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਕੰਧਿਆਂ ਦੇ ਉੱਤੇ ਆਉਂਦੀ ਹੈ। ਸੋ ਇਹ ਚੀਜ਼ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਉੱਤੇ ਕਾਫੀ ਵਾਰੀ ਡਿਸਕਸ ਹੋਇਆ ਕਿ ਹਾਈ ਹੈਂਡਡਨੈਸ ਪ੍ਰਮੋਟਰ ਦੀ ਕਿਵੇਂ ਇਹਨੂੰ ਕਰਾਂਗਾ, ਅਸੀਂ ਇਹਦੀ ਠੱਲ ਪਾਈ ਜਾਵੇ। ਹੈਂਸ ਸਾਡੇ ਕੋਲ ਕੋਈ ਆਪਸ਼ਨ ਨਹੀਂ। ਅਸੀਂ ਫਿਰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਕੋਲੋਂ ਗਏ ਹਾਂ, ਉੱਥੇ ਅਸੀਂ ਸੂਟ ਫਾਈਲ ਕੀਤਾ। ਕੇਸ ਉੱਥੇ ਪੈਂਡਿੰਗ ਹੈਗਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪਾਸ, ਔਰ ਇਹ ਓਪਨ ਐਂਡ ਸ਼ਟ ਕੇਸ ਹੈ। ਇਹ ਅਲਟੀਮੇਟਲੀ ਬਿਲਡਿੰਗ ਜਿਹੜੀ ਹੈਗੀ ਹੈ ਕਾਗਜ਼ਾਂ 'ਚ ਗਵਰਨਮੈਂਟ ਰਿਕਾਰਡ ਦੇ ਵਿੱਚ ਕਮਿਊਨਿਟੀ ਬਿਲਡਿੰਗ ਹੈ, ਨਾ ਇਹ ਨਾ ਸੇਲ ਹੋ ਸਕਦੀ ਹੈ। ਇਹ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਹੈਂਡਓਵਰ ਕਰਨੀ ਹੈ। ਕੇਸ ਸਾਡਾ ਪੈਂਡਿੰਗ ਹੈ। ਨੋ ਕੰਪਨੀ ਟਾਈਟ ਕਾਰਨਰ 'ਚ ਆ ਗਈ। ਕੰਪਨੀ ਨੂੰ ਪਤਾ ਲੱਗ ਗਿਆ ਕਿ ਸਾਡੇ ਲੂਪ ਹੋਲਸ ਜਿਹੜੇ ਹੈਗੇ ਆ ਪਬਲਿਕ ਦੇ ਸਾਹਮਣੇ ਆ ਗਏ। ਅਸੀਂ ਤਾਂ ਕਲੱਬ ਫੜ ਕੇ ਇੱਥੇ ਕਿੰਨਾ ਦਾ ਕਮਾਈ ਕਰਨੇ ਪਏ ਆ ਵਾਧੂ ਦੀ। ਕੰਪਨੀ ਨੇ ਕੁਝ ਬੰਦੇ ਸਾਡੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੂੰ ਕਿਵੇਂ ਤਰ੍ਹਾਂ ਮੈਨੂਪੂਲੇਟ ਕਰਕੇ
ਉਹਨਾਂ ਨੂੰ ਅੱਗੇ ਲਾਇਆ ਤੇ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਇਹ ਤੇ ਕਲੱਬ ਹੀ ਰਹਿਣੇ ਚਾਹੁੰਦੇ, ਕਮਿਊਨਿਟੀ ਬਿਲਡਿੰਗ ਤੇ ਜਿਹੜੀ ਹੈਗੀ ਹੈ ਫੈਸਿਲਿਟੀਜ਼ ਘੱਟ ਹੋ ਜਾਣਗੀਆਂ, ਅਸੀਂ ਇਹਨੂੰ ਕਲੱਬ ਹੀ ਚਲਾਉਣਾ ਚਾਹੁੰਦੇ ਹਾਂ। ਇੱਥੇ ਮੈਂ ਵਾਜ਼ਹ ਕਰ ਦੇਵਾਂ ਕਿ ਅਸੀਂ ਇਹਦੇ ਵਿੱਚ ਜਿਹੜੀਆਂ ਫੈਸਿਲਿਟੀਜ਼ ਹੈ ਇਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਕਰਨਾ, ਰਾਦਰ ਅਪਗ੍ਰੇਡ ਕਰਨੀਆਂ ਅਸੀਂ ਫੈਸਿਲਿਟੀਜ਼, ਇਹਨੂੰ ਹੋਰ ਖੂਬਸੂਰਤ ਬਣਾਉਣਾ, ਉਹ ਸਾਡੇ ਦੇ ਉੱਤੇ ਹੈ। ਤੋ ਇਸ ਕਰਕੇ ਸਿਰਫ ਇਹਦੀ ਮੈਨੇਜਮੈਂਟ, ਇਹਦਾ ਡੇ ਟੂ ਡੇ ਇਹਦੀ ਰਨਿੰਗ ਜਿਹੜੀ ਹੈਗੀ ਹੈ ਉਹ RWA ਰੈਜ਼ੀਡੈਂਟਸ ਨੂੰ ਹੈਂਡਓਵਰ ਕੀਤੀ ਜਾਏ। ਇਹ ਸਾਡਾ ਕੇਸ ਜਿਹੜਾ ਹੈ ਉੱਥੇ ਚੱਲਦਾ ਪਿਆ ਹੈ। ਹੁਣ ਇਹ ਸੈਬੋਟੇਜ ਕਰਨਾ ਸ਼ੁਰੂ ਕਰਤੇ ਕੁਝ ਰੈਜ਼ੀਡੈਂਟਸ, AIPL ਨੇ ਚੁੱਕਿਆ ਉਹਨਾਂ ਨੂੰ, ਉਹਨਾਂ ਦੇ ਇੰਟਰਸਟ ਦੇ ਵਿੱਚ ਹੈ ਕਿ ਕੇਸ ਜਿਹੜਾ ਹੈ ਕਿਸ ਤਰ੍ਹਾਂ ਕਨਫਿਊਜ਼ਨ ਕ੍ਰੀਏਟ ਹੋਵੇ, ਕੇਸ ਜਿਹੜਾ ਹੈ ਇਹ ਵਿਦਡਰਾਅ ਕਰਨ। ਉਹ ਰੈਜ਼ੀਡੈਂਟਸ ਜਿਹੜੇ ਹੈਗੇ ਆ ਕੁਝ ਮਿਸਗਾਈਡਡ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਨਹੀਂ ਅਸੀਂ ਇਹਨੂੰ ਕਲੱਬ ਹੀ ਚਾਹੁੰਦੇ ਹਾਂ, ਸਾਡੀ ਸ਼ਾਨ ਹੈ, ਸਾਡੀ ਆਨ। ਮੈਂ ਇੱਥੇ ਬਿਲਕੁਲ ਕਲੀਅਰ, ਅਸੀਂ ਇਹਦੀਆਂ ਫੈਸਿਲਿਟੀਜ਼ ਕਲੱਬ ਵਰਗੀਆਂ ਹੀ ਕਰਾਂਗੇ ਇਹ ਕਮਿਊਨਿਟੀ, ਲੇਕਿਨ ਕਾਗਜ਼ਾਂ 'ਚ ਤਾਂ ਤੁਸੀਂ ਉਹਨੂੰ ਜਿਹੜੀ ਕਮਿਊਨਿਟੀ ਬਿਲਡਿੰਗ ਉਹਨੂੰ ਚੇਂਜ ਨਹੀਂ ਕਰ ਸਕਦੇ। ਗਵਰਨਮੈਂਟ ਰਿਕਾਰਡ ਦੇ ਵਿੱਚ ਤਾਂ ਕਮਿਊਨਿਟੀ ਬਿਲਡਿੰਗ ਹੈ, ਇਹ ਪਬਲਿਕ ਬਿਲਡਿੰਗ ਹੈ, ਹੈਂਸ ਅਸੀਂ ਐਜ਼ ਸੱਚ ਇਹਦਾ ਸਟੇਟਸ ਜਿਹੜਾ ਹੈਗਾ ਲੈਣਾ ਚਾਹੁੰਦੇ ਹਾਂ। ਔਰ ਅਲਟੀਮੇਟਲੀ ਦਿਨ ਦੂਰ ਨਹੀਂ ਹੈਗਾ ਇਹ ਕਮਿਊਨਿਟੀ ਬਿਲਡਿੰਗ ਰੈਜ਼ੀਡੈਂਟਸ ਨੂੰ ਹੈਂਡਓਵਰ ਹੋਏਗੀ, ਇਹ ਮੈਂ ਤੁਹਾਨੂੰ ਅਸ਼ੋਰ ਕਰ ਦੇਵਾਂ, ਕਿਉਂਕਿ ਗਵਰਨਮੈਂਟ ਦੇ ਵਿੱਚ ਕੁਝ ਟੈਂਪਰੇਰੀ ਜਿਹੜੀ ਹੈਗੀ ਹੈ ਛੇੜਛਾੜ ਕਰ ਸਕਦੇ ਆ। ਰਿਕਾਰਡ ਜਿਹੜਾ ਹੈਗਾ ਬਿਲਕੁਲ ਵੈਲ ਸਟਰੇਟ ਐਂਡ ਓਪਨ ਹੈਗਾ। ਸੋ ਅਲਟੀਮੇਟਲੀ ਰੈਜ਼ੀਡੈਂਟਸ ਜਿਹੜੇ ਹੈਗੇ ਆ ਜਿਹੜੇ ਮਿਸਗਾਈਡਡ ਹੈਗੇ ਆ, ਮੈਂ ਉਹਨਾਂ ਨੂੰ ਬੇਨਤੀ ਕਰਾਂ ਭਰਾਓ ਆ ਕੇ ਸਾਡੇ ਨਾਲ ਗੱਲ ਕਰੋ, ਕ੍ਰਾਸ ਦੀ ਟੇਬਲ ਗੱਲ ਕਰੋ ਔਰ ਸਾਡੀ ਗੱਲ ਸੁਣੋ। ਅਸੀਂ 80,000 ਰੁਪਈਆ ਖਰਚਿਆ ਕੇਸਾਂ ਦੇ ਉੱਤੇ। ਇਹ ਜਿਹੜਾ ਕੇਸ ਕਰਨਾ ਕੋਈ ਸੌਖਾ ਨਹੀਂ, RTIਆਂ ਲੀਤੀਆਂ, ਨੱਸੇ ਭੱਜੇ ਆ, ਵਕੀਲਾਂ ਨੂੰ ਮਿਲੇ ਆ, ਮੋਹਾਲੀ 'ਚ ਜਾ ਕੇ ਕੇਸ ਕਰਨੇ ਪਏ ਆ, ਕੋਈ ਅਸੀਂ ਸੌਖੇ ਬੈਠੇ ਨਹੀਂ ਹੋਏ। ਰੈਜ਼ੀਡੈਂਟਸ ਨੂੰ ਹੱਕ ਦਿਲਾਉਣ ਵਾਸਤੇ ਅਸੀਂ ਸਾਰਾ ਕੁਝ ਕਰਨੇ ਪਏ ਆ। ਹੈਂਸ ਮੈਂ ਬਾਕੀ ਜਿਹੜੇ ਹੈ ਜਿਹੜੇ ਸਾਡੇ ਥੋੜ੍ਹੇ ਅਗੇਂਸਟ ਖਲੋਤੇ ਆ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਾਡੀ ਗੱਲ ਆਣ ਕੇ ਸੁਣੋ, ਅਕਰੋਸ ਦਾ ਟੇਬਲ ਆਣ ਕੇ ਬੈਠੋ, ਅਸੀਂ ਤੁਹਾਨੂੰ ਦੱਸਾਂਗੇ, ਤੁਹਾਡੇ ਮੁਗਾਲ ਤੇ ਅਸੀਂ ਦੂਰ ਕਰਾਂਗੇ, ਸਾਡੇ ਨਾਲ ਆਣ ਕੇ ਵਿਚਾਰ ਕਰੋ ਬੈਠ ਕੇ। ਸੋਨੀ ਜੀ ਮੈਂ ਰਿਪਰੈਜ਼ੈਂਟ ਕਰਦੇ ਹਾਂ ਐਜ਼ ਵਾਈਸ ਪ੍ਰੈਜ਼ੀਡੈਂਟ। ਜਿਵੇਂ ਪ੍ਰੋਫੈਸਰ ਸਾਹਿਬ ਨੇ, ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ, ਪ੍ਰੋਫੈਸਰ ਰਵਿੰਦਰ ਸਿੰਘ ਨੇ, ਪ੍ਰੋਫੈਸਰ ਰਾਮਪਾਲ ਜੀ ਨੇ, ਆਪਣੇ ਸੈਲਗਾ ਸਾਹਿਬ ਨੇ ਦੱਸਿਆ। ਉਹ 'ਚ ਥੋੜ੍ਹੀ ਇੱਕ ਚੀਜ਼ ਦੱਸਣ ਦੀ ਕਮੀ ਰਹਿ ਗਈ ਸੀ ਕਿ ਜਿਹੜੀ ਇਹ ਕਮਿਊਨਿਟੀ ਬਿਲਡਿੰਗ ਹੁੰਦੀ ਹੈ ਇਕੱਲੇ ਭੋਗਾਂ ਵਾਸਤੇ ਨਹੀਂ ਹੁੰਦੀ। ਕਮਿਊਨਿਟੀ ਸੈਂਟਰ ਦਾ ਮਤਲਬ ਹੁੰਦਾ ਸੋਸ਼ਲ ਐਕਟੀਵਿਟੀ ਕਿਸੇ ਤਰ੍ਹਾਂ ਦੀ ਵੀ, ਖੁਸ਼ੀ ਹੈ, ਗਮੀ ਹੈ, ਰੈਸਟੋਰੈਂਟ ਹੈ, ਪੂਲ ਹੈ, ਕਲੱਬ ਹੈ, ਜਿਮ ਹੈ, ਉਹ ਸਾਰਾ ਕਮਿਊਨਿਟੀ ਸੈਂਟਰ ਦਾ ਹਿੱਸਾ ਹੀ ਹੁੰਦੇ ਆ। ਆਪਾਂ ਇਹਨਾਂ ਨੇ DC ਕਲੱਬ ਦਾ ਨਾਂ ਰੱਖ ਲਿਆ। ਆਪਾਂ ਕੱਲ੍ਹ ਨੂੰ ਸਪੋਜ਼ ਕਰੋ ਕਿ ਰੇਰਾ ਵਿੱਚ ਕੇਸ ਸਾਡੀ ਫੇਵਰ 'ਚ ਆ ਜਾਂਦਾ, ਆਪਾਂ ਇਹਦਾ ਨਾਮ ਤਾਜ ਕਲੱਬ ਰੱਖ ਸਕਦੇ ਹਾਂ, ਤਾਜ DC ਕਲੱਬ ਰੱਖ ਸਕਦੇ ਹਾਂ। ਨਾਮ ਬਦਲਣ ਨਾਲ ਕੁਛ ਨਹੀਂ ਹੁੰਦਾ, ਫੈਸਿਲਿਟੀ ਸੇਮ ਹੀ ਰਹਿੰਦੀਆਂ। ਨੰਬਰ 1। ਨੰਬਰ 2, ਜੋ ਵੀ ਕਮਿਊਨਿਟੀ ਬਿਲਡਿੰਗ ਹੁੰਦੀ ਹੈ ਪ੍ਰਮੋਟਰ ਵੱਲੋਂ ਇਹਦੀ ਕੋਸਟ ਐਡ ਔਨ ਸੇਲ ਪ੍ਰਾਈਸ 'ਤੇ ਜਮ੍ਹਾਂ ਕੀਤੀ ਜਾਂਦੀ, ਪ੍ਰਮੋਟਰ ਨੇ ਹੀ ਡਿਵੈਲਪ ਕਰਨੀ ਹੁੰਦੀ ਹੈ। ਜਿਹੜੀ ਇਹਨਾਂ ਨੇ ਰੈਜ਼ੀਡੈਂਟਸ ਕੋਲੋਂ 1 ਲੱਖ ਜਾਂ ਕਿਸੇ ਕੋਲੋਂ 2 ਲੱਖ ਮੈਂਬਰਸ਼ਿਪ ਲਈ ਹੈ, ਸਪੋਜ਼ ਕਰੋ ਕਿ ਉਸ ਟਾਈਮ 'ਚ ਇਹਨਾਂ ਨੇ ਕਿਹਾ ਸੀ ਕਿ ਇਹ ਜਿਹੜੀ ਮੈਂਬਰਸ਼ਿਪ ਤੁਹਾਡੀ ਹੈ ਲਾਈਫ ਟਾਈਮ ਚੱਲੇਗੀ। ਪਰ ਹੁਣ ਜੋ ਸੁਣਨ ਦੇ ਵਿੱਚ ਆਇਆ, ਕੋਈ ਬਰੋਸ਼ਰ ਵੀ ਸਾਹਮਣੇ ਆਏ ਸੀ, ਉਹਦੇ 'ਚ ਇਹਨਾਂ ਨੇ ਜੋ ਲੱਖ 2 ਲੱਖ ਰੁਪਏ ਲਿਆ, ਉਹ ਕਿਹਾ ਜੀ ਤੁਹਾਡੀ ਇਹ ਮੈਂਬਰਸ਼ਿਪ ਹੈ 20 ਸਾਲ ਬਾਅਦ ਜਾਂ 25 ਸਾਲ ਬਾਅਦ ਐਕਸਪਾਇਰ ਹੋ ਜਾਏਗੀ। ਤੁਹਾਡੇ ਜਿਹੜੇ ਬੱਚੇ ਆ ਜਾਂ ਤੁਹਾਡੇ ਗ੍ਰੈਂਡ ਸਨਸ ਜਾਂ ਡਾਟਰ ਜਿਹੜੀ ਆਉਣਗੀਆਂ ਉਹਨਾਂ ਨੂੰ ਦੁਬਾਰਾ ਮੈਂਬਰਸ਼ਿਪ ਦੇਣੀ ਪਏਗੀ। ਸਪੋਜ਼ ਕਰੋ ਕਿ ਅੱਜ ਇਹਨਾਂ ਦਾ ਰੇਟ ਲੱਖ ਹੈ ਜਾਂ 2 ਲੱਖ ਹੈ, ਆਫਟਰ 25 ਈਅਰਸ ਜਾਂ ਆਫਟਰ 20 ਈਅਰਸ ਤੁਸੀਂ ਰੇਟ ਰੱਖੋ 50 ਲੱਖ ਹੋ ਸਕਦਾ ਹੈ, 1 ਕਰੋੜ ਹੋ ਸਕਦਾ ਹੈ। ਇਟ ਮੀਨਸ ਤੁਸੀਂ ਇੱਥੇ ਇੱਕ ਮਨੀ ਅਰਨਰ ਹੈਗੇ ਜੇ, ਤੁਸੀਂ ਪੈਸੇ ਕਮਾ ਕੇ ਜਮ੍ਹਾਂ ਕਰੋ। ਜੇ ਕੱਲ੍ਹ ਨੂੰ ਤੁਸੀਂ ਇਹੀ ਬਿਲਡਿੰਗ ਚਲਾਉਣੀ ਹੈ, ਆਪਣੇ ਬੱਚਿਆਂ ਵਾਸਤੇ ਰੱਖਣੀ ਹੈ ਅਤੇ ਐਸੀ ਐਗਰੀਮੈਂਟ ਦੇ ਅੰਡਰ ਅਗਰ ਚਲਾਉਣੀ ਹੈ ਜਿੱਦਾਂ ਤੁਸੀਂ ਮਿਸਗਾਈਡ ਹੋ ਰਹੇ ਹੋ, ਜੇ ਐਸੀ ਐਗਰੀਮੈਂਟ ਦੇ ਅੰਡਰ ਚਲਾਉਣੀ ਹੈ, ਤੁਸੀਂ ਕੰਪਨੀ ਵਾਸਤੇ 50 ਲੱਖ ਜਾਂ 1 ਕਰੋੜ ਰੁਪਈਆ 20 ਸਾਲ ਵਾਸਤੇ ਤਿਆਰ, 20 ਸਾਲ ਦੇ ਬਾਅਦ ਵਾਸਤੇ ਤਿਆਰ ਰੱਖੋ। ਇਹ ਕਲੈਰੀਫਿਕੇਸ਼ਨ ਬਹੁਤ ਜ਼ਰੂਰੀ ਸੀ। ਇਸ ਵਾਸਤੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੋ ਔਨ ਰਿਕਾਰਡ ਹੈ, ਗੌਰਮੈਂਟ ਦੇ ਘਰ ਦੇਰ ਜ਼ਰੂਰ ਹੁੰਦੀ ਹੈ, ਅੰਧੇਰ ਨਹੀਂ ਹੁੰਦਾ। ਅੱਜ ਕੱਲ੍ਹ ਡਿਜੀਟਲ ਜ਼ਮਾਨਾ, ਹਰ ਡਾਕੂਮੈਂਟ ਗੌਰਮੈਂਟ ਦੀ ਸਾਈਟ 'ਤੇ ਅਪਲੋਡਡ ਹੁੰਦੇ ਹਨ, ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਜੇ ਕਮਿਊਨਿਟੀ ਸੈਂਟਰ ਦੀ ਬਿਲਡਿੰਗ 2 ਕਿੱਲੇ ਜਾਂ 2 ਏਕੜ ਪਾਸ ਹੋਈ ਹੈ, ਉੱਥੇ ਮੋਰ ਕਮਿਊਨਿਟੀ ਸੈਂਟਰ 'ਤੇ ਹੀ ਲੱਗੀ ਹੈ। ਰੀਨੇਮ ਆਪਾਂ ਜੋ ਮਰਜ਼ੀ ਕਰ ਲਈਏ, ਫੈਸਿਲਿਟੀ ਸੇਮ ਰਹਿਣਗੀਆਂ, ਕੋਈ ਤੇ ਇਕੱਲੇ ਭੋਗ ਨਹੀਂ ਪੈਣਗੇ। ਸਾਰੀਆਂ ਫੈਸਿਲਿਟੀਜ਼, ਪੂਲ, ਜਿਮ, ਬੈਂਕਟ ਹਾਲ, ਸਾਰੀਆਂ ਫੈਸਿਲਿਟੀਜ਼ ਅੰਦਰ ਚੱਲਦੀਆਂ ਰਹਿਣਗੀਆਂ, ਉਹ ਵੀ ਰੈਜ਼ੀਡੈਂਟਸ ਹੀ ਚਲਾਉਣਗੇ। ਪਲੱਸ ਜੇ ਇਹਨਾਂ ਨੇ ਕਮਿਊਨਿਟੀ ਬਿਲਡਿੰਗ ਦੇ ਵਿੱਚ ਜਾਂ ਜਿਹਨੂੰ ਅਲਾਇੰਸ DC ਕਲੱਬ ਕਰਨੇ ਆ, ਕਿਸੇ ਅਗਲੀ ਕੰਪਨੀ ਨੂੰ ਹਾਇਰ ਕੀਤਾ, ਸਪਰੇਅ ਕੰਪਨੀ ਨੂੰ ਹਾਇਰ ਕੀਤਾ ਰੈਸਟੋਰੈਂਟ ਚਲਾਉਣ ਵਾਸਤੇ, ਉਹ ਆਪਣਾ ਮੁਨਾਫਾ ਲੈ ਕੇ ਹੀ ਚਲਾਏਗੀ।
ਤੁਸੀਂ ਇਹਦਾ ਮੈਨੂ ਕਾਰਡ ਦੂਜੇ ਕੰਪੈਰੀਜ਼ਨ ਆਪਾਂ ਕਰਕੇ ਦੇਖੀਏ ਦੂਜੇ ਕਲੱਬਾਂ ਦੇ ਨਾਲ ਹਮੇਸ਼ਾ ਮਹਿੰਗਾ ਹੀ ਹੋਏਗਾ ਰਾਦਰ ਦੈਨ ਕਿ ਜੇ ਇਹ ਰੈਜ਼ੀਡੈਂਟਸ ਨੂੰ ਹੈਂਡਓਵਰ ਹੋ ਜਾਂਦੀ ਹੈ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਮਤਲਬ ਹੁੰਦਾ ਹੈ ਰੈਜ਼ੀਡੈਂਟਸ, ਹੋਲ ਰੈਜ਼ੀਡੈਂਟਸ ਆਫ ਦਾ ਕਲੋਨੀ। ਉਹੀ ਕਮੇਟੀ ਦੇ ਮੈਂਬਰ ਹੋਣਗੇ। ਅੱਜ ਕੋਈ ਮੈਂਬਰ ਹੈ, ਕੱਲ੍ਹ ਕੋਈ ਹੋਏਗਾ, ਚੇਂਜ ਹੁੰਦੇ ਰਹਿੰਦੇ ਆ। ਬੀ ਅਸ਼ੋਰਡ, ਕਿਸੇ ਝਾਂਸੇ ਵਿੱਚ ਨਾ ਆਓ। ਜੇ ਇਹ ਇੰਨੇ ਹੀ ਸੱਚੀ ਹੈ ਕੰਪਨੀ ਵਾਲੇ, ਤੇ ਫਿਰ ਲੋਕਾਂ ਨੂੰ ਮਿਸਗਾਈਡ ਕਿਉਂ ਕਰ ਰਹੇ ਹੋ? ਸਪੋਜ਼ ਕਰੋ ਕਿ ਰੇਰਾ 'ਚ ਕੇਸ ਸਾਡੀ ਫੇਵਰ 'ਚ ਨਹੀਂ ਜਾਂਦਾ, ਤੇ ਐਜ਼ ਇਟ ਇਜ਼ ਇਹ ਕਲੱਬ ਚੱਲਦਾ ਰਹੇਗਾ, ਕਮਿਊਨਿਟੀ ਬਿਲਡਿੰਗ ਚੱਲਦੀ ਰਹੇਗੀ। ਪਰ ਜੇ ਕੰਪਨੀ ਸੱਚੀ ਹੈ ਦੈਨ ਲੋਕਾਂ ਨੂੰ ਮਿਸਗਾਈਡ ਕਿਉਂ ਕਰਦੀ ਪਈ ਹੈ? ਕਿਉਂ ਮਿਸਗਾਈਡ ਕਰਕੇ ਪਾਉਣ ਲੱਗੀ ਹੈ ਕਿ ਇੱਦਾਂ ਕਰਦੀ ਹੈ, ਆਪਾਂ ਕੇਸ ਵਾਪਸ ਲੈ ਲਈਏ? ਜੇ ਕੰਪਨੀ ਸੱਚੀ ਹੈ, ਜੇ ਕੰਪਨੀ ਸੱਚੀ ਹੈਗੀ ਹੈ ਤੇ ਆਪਣਾ ਪ੍ਰੂਫ ਕਰੇ ਕਿ ਅਸੀਂ ਸੱਚੇ ਹਾਂ। ਰੇਰਾ ਵਿੱਚ ਪ੍ਰੂਫ ਕਰੇ ਅਸੀਂ ਸੱਚੇ ਹਾਂ। ਕਿਉਂ ਮਿਸਗਾਈਡ ਕਰ ਰਹੀ ਹੈ? ਕੋਰਸ ਫੰਡ ਦੀ ਗੱਲ ਕਰੀਏ, ਕੋਰਸ ਫੰਡ ਤੁਹਾਨੂੰ ਪੂਰਾ ਡਿਟੇਲ ਸਾਰਿਆਂ ਨੂੰ ਦੱਸਤਾ। ਇਸ ਤੋਂ ਜ਼ਿਆਦਾ ਕੁਝ ਕਿਹਾ ਵੀ ਨਹੀਂ ਜਾ ਸਕਦਾ ਕਿ ਕੋਰਟ ਇਜ਼ ਆਲਵੇਜ਼ ਰਾਈਟ। ਸਾਨੂੰ ਕੋਰਟ ਦੇ ਫੈਸਲੇ ਦਾ ਸਨਮਾਨ ਕਰਾਂਗੇ। ਜੋ ਵੀ ਫੈਸਲਾ ਆਏਗਾ ਸਾਡੀ ਫੇਵਰ 'ਚ ਆਵੇ, ਥੈਂਕਫੁਲ। ਸਾਡੀ ਡਿਸਫੇਵਰ ਜਾਂਦਾ ਇਵਨ ਦੈਨ ਵੀ ਆਰ ਥੈਂਕਫੁਲ। ਬਟ ਆਪਸ 'ਚ ਆਪਾਂ ਇੱਕ ਦੂਜੇ ਨੂੰ ਮਿਸਗਾਈਡ ਨਾ ਕਰੀਏ। ਮੇਰੀ ਸਾਰੇ ਰੈਜ਼ੀਡੈਂਟਸ ਨੂੰ ਇਹ ਰਿਕੁਐਸਟ ਹੈ ਕਿ ਜੋ ਡਾਕੂਮੈਂਟੇਸ਼ਨ ਗਰੁੱਪਾਂ 'ਚ ਅਸੀਂ ਪਾ ਰਹੇ ਹਾਂ, ਸਾਡੇ ਪ੍ਰੈਜ਼ੀਡੈਂਟ ਸਾਹਿਬ ਪਾ ਰਹੇ, ਸਾਡੇ ਸੈਕਟਰੀ ਸਾਹਿਬ ਪਾ ਰਹੇ, ਸਾਨੂੰ ਚੇਅਰਮੈਨ ਸਾਹਿਬ ਦੱਸਦੇ ਪਏ, ਸਾਨੂੰ ਪ੍ਰੋਫੈਸਰ ਸਾਹਿਬ, ਐਡਵਾਈਜ਼ਰ ਸਾਹਿਬ ਦੱਸਦੇ ਪਏ, ਉਹਨਾਂ ਨੂੰ ਥੋਰਲੀ ਸਟੱਡੀ ਕੀਤਾ ਜਾਵੇ। ਥੋਰਲੀ ਸਟੱਡੀ ਕਰਕੇ ਆਪ ਉਹਨੂੰ ਸਮਝੋ। ਆਪਣੇ ਜਿਹੜੇ ਦੋਸਤ ਹੈ, ਮਿੱਤਰ ਹੈ, ਜਿਹੜੇ ਰੈਜ਼ੀਡੈਂਸ ਕਲੋਨੀ 'ਚ ਰਹਿੰਦੇ ਆ, ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ। ਈਵਨ ਦੈਨ ਕਿ ਬਾਅਦ 'ਚ ਥੋੜ੍ਹਾ ਬਲੇਮ ਲੱਗ ਜਾਂਦਾ ਹੈ ਜੀ ਜਿਹੜੀ ਨਵੀਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਡਾਕਟਰ ਪ੍ਰਸੀਚਾ ਦੀ ਅਗਵਾਈ ਹੇਠ ਬਣੀ ਹੈ, ਇਹਨਾਂ ਨੇ ਡ੍ਰੀਮ ਸਿਟੀ ਦੀ ਬਦਨਾਮੀ ਬਹੁਤ ਕਰਤੀ ਹੈ। ਬਦਨਾਮੀ ਸਰ ਆਪਾਂ ਨਹੀਂ ਕੀਤੀ, ਇਹਨਾਂ ਨੇ ਬਦਨਾਮ ਹੋਣ ਵਾਲੇ ਕੰਮ ਆਪ ਹੀ ਕਰਦੇ ਆ। ਜੇ ਬਦਨਾਮ ਹੋਣ ਦੇ ਕੰਮ ਆਪ ਕਰਦੇ, ਸਪੋਜ਼ ਕਰੋ ਕਿ ਇਹਨਾਂ ਨੇ 7.5 ਕਰੋੜ ਰੁਪਈਆ ਬਾਉਂਡਰੀ ਵਾਲ ਦਾ ਖਰਚਾ ਪਾਇਆ ਦਾ 2012 ਦੇ ਵਿੱਚ। 2012 'ਚ 7.5 ਕਰੋੜ ਬਾਉਂਡਰੀ ਵਾਲ ਦਾ ਖਰਚਾ, ਜੇ ਆਪਾਂ ਅੱਜ ਕੰਪੇਅਰ ਕਰੀਏ ਬਹੁਤ ਜ਼ਿਆਦਾ। ਪੁੱਡਾ ਨੂੰ ਵੀ ਅੱਖਾਂ ਖੋਲ੍ਹਣੀਆਂ ਚਾਹੀਦੀਆਂ। ਈਵਨ ਕਿ ਜੋ ਸਾਨੂੰ ਸਮੈਲ ਆ ਰਹੀ ਹੈ ਕਿ ਜਿਹੜੇ ਪੁੱਡਾ ਦੇ ਸਟਾਫ ਹੈ ਜਾਂ ਪੁੱਡਾ ਦੇ ਜੋ ਵੀ ਹੈ ਆਫਿਸਰਸ ਹੈ, ਇਹਨਾਂ ਨੂੰ ਇੱਥੇ ਆ ਕੇ ਆਪ ਇਨਸਪੈਕਸ਼ਨ ਕਰਨੀ ਚਾਹੀਦੀ ਹੈ ਇਨ ਦੀ ਪ੍ਰੈਜ਼ੈਂਸ ਆਫ ਹੋਲ ਰੈਜ਼ੀਡੈਂਟ। ਅਸੀਂ ਇਹ ਨਹੀਂ ਚਾਹੁੰਦੇ ਕਿ 11 ਮੈਂਬਰ ਜਾਂ 13 ਮੈਂਬਰ ਜਾਂ 15 ਮੈਂਬਰ ਜਾਂ ਐਡਵਾਈਜ਼ਰੀ ਕਮੇਟੀ ਦੀ ਪ੍ਰੈਜ਼ੈਂਸ ਚੈੱਕਅਪ ਕਰਨ ਅੰਡਰ ਦੀ ਸੁਪਰਵਿਜ਼ਨ ਆਫ ਆਲ ਰੈਜ਼ੀਡੈਂਟਸ ਆਫ ਡ੍ਰੀਮ ਸਿਟੀ। ਜਿਹੜੇ ਅੰਦਰ ਰਹਿ ਰਹੇ ਉਹਨਾਂ ਨਾਲ ਆ ਕੇ ਇਨਸਪੈਕਸ਼ਨ ਕਰਨ, ਉਹਨਾਂ ਦੀ ਗੱਲਾਂ ਸੁਣਨ, ਉਹਨਾਂ ਦਾ ਥੋੜ੍ਹੀ ਹੱਲ ਕੱਢ ਕੇ ਦੇਣ। ਕਿਉਂਕਿ ਪੁੱਡਾ ਨੇ ਹੀ ਲਾਇਸੈਂਸ ਦਿੱਤਾ ਕਲੋਨੀ 'ਚ ਵਸਾਉਣ ਦਾ, ਚਲਾਉਣ ਦਾ। ਹੁਣ ਇਹ ਪੁੱਡਾ ਵੀ ਨਹੀਂ ਭੱਜ ਸਕਦੀ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅੰਡਰ ਦਾ ਲੀਡਰਸ਼ਿਪ ਆਫ ਡਾਕਟਰ ਪ੍ਰਸੀਚਾ ਟੀਮ ਪੁੱਡਾ ਨੂੰ ਭੱਜਣ ਨਹੀਂ ਦੇਵਾਂਗੇ। ਪੁੱਡਾ ਨੇ ਲਾਇਸੈਂਸ ਦਿੱਤਾ, ਪੁੱਡਾ ਨੇ ਸਾਡੇ ਕੋਲ EDC ਲਈ ਹੈ, IDC ਲਈ ਹੈ। ਪੁੱਡਾ ਇਜ਼ ਆਲਸੋ ਟੋਟਲੀ ਰਿਸਪੋਂਸੀਬਲ ਫॉर ਡੈਟ। ਜਿੰਨਾ ਕਸੂਰ AIPL ਦਾ, ਉਨੀ ਜ਼ਿੰਮੇਵਾਰੀ ਪੁੱਡਾ ਦੀ ਵੀ ਬਣਦੀ ਹੈ। ਹਾਲੇ ਆਪਾਂ ਪੁੱਡਾ ਨੂੰ ਕੁਐਸਚਨ ਮਾਰਕ ਪਾ ਰਹੇ, ਪੁੱਡਾ ਨੂੰ ਬਲੇਮ ਨਹੀਂ ਫਿਲਹਾਲ ਕਰਦੇ ਪਏ। ਪੁੱਡਾ ਨੂੰ ਬਲੇਮ ਕਰਨਾ ਜਦੋਂ ਟਾਈਮ ਆਏਗਾ ਆਪਾਂ ਖੁੱਲ੍ਹ ਕੇ ਕਰਾਂਗੇ, ਜੇ ਪੁੱਡਾ ਸਾਡੀ ਗੱਲ ਨਹੀਂ ਸੁਣੇਗੀ। ਇਹ ਪੁੱਡਾ ਦੇ ਆਫਿਸਰਸ ਨੂੰ, ਪੁੱਡਾ ਦੀ ਟੀਮ ਨੂੰ ਪੂਰਾ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਅਸੀਂ ਅੱਜ 15-20 ਦਿਨ ਹੋ ਗਏ ਪੁੱਡਾ ਦੇ ਆਫਿਸਰ ਨਾਲ ਟਾਈ ਅਪ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ, ਪਰ ਸਾਨੂੰ ਕਿਸੇ ਮਜਬੂਰੀ ਕਾਰਨਵਸ਼ ਹਾਲੇ ਉਹ ਟਾਈਮ ਨਹੀਂ ਦੇ ਪਾ ਰਹੇ। ਕੱਲ੍ਹ ਵੀ ਆਪਾਂ ਆਫਿਸਰ ਸਾਨੂੰ ਮਿਲਣ ਗਏ ਸੀ, ਉਹ ਚੰਡੀਗੜ੍ਹ ਮੀਟਿੰਗ 'ਤੇ ਗਏ ਹੋਏ ਆ। ਡੇਲੀ ਸਾਡਾ ਉਹਨਾਂ ਨਾਲ ਫੋਨ 'ਤੇ ਗੱਲਬਾਤ ਰਾਬਤਾ ਕਾਇਮ ਹੋ ਰਿਹਾ। ਆਪਾਂ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦੇ ਹਾਂ ਪੁੱਡਾ ਆਫਿਸਰਸ ਨੂੰ ਕਿ ਰੈਜ਼ੀਡੈਂਟਸ ਦਾ ਪੂਰਾ ਮਸਲਾ ਖੁਦ ਆ ਕੇ ਸੁਣੋ, ਪੂਰਾ ਮੀਡੀਆ ਨਾਲ ਲੈ ਕੇ ਆਓ। ਫਿਰ ਸਾਡੇ 'ਤੇ ਐਲੀਗੇਸ਼ਨ ਨਾ ਲੱਗੇ ਕਿ ਕਲੋਨੀ ਦੀ ਬਦਨਾਮੀ ਹੋ ਰਹੀ ਹੈ। ਥੈਂਕ ਯੂ ਵੈਰੀ ਮਚ।